ਸਤਿ ਸ਼੍ਰੀ ਅਕਾਲ। ਲੋਕਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ ਤੁਹਾਡਾ ਵੀ ਜੀ। ਪਰਮਿੰਦਰ ਜੀ, ਕਿਸਾਨੀ ਅੰਦੋਲਨ ਹੁਣ ਵਾਪਸ ਹੋਣ ਦੇ ਕਿਨਾਰੇ ਤੇ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸਰਦ ਰੁੱਤ ਦਾ ਜੋ ਸਾਡਾ ਇਜਲਾਸ ਹੈ ਉਹਦੇ 'ਚ ਅਸੀਂ ਲਿਖਤੀ ਤੌਰ 'ਤੇ ਇਹ ਕਾਨੂੰਨ ਰੱਦ ਕਰ ਦੇਵਾਂਗੇ। ਭਾਵੇਂ ਪਾਸ ਇੱਕ ਆਰਡੀਨੈਂਸ ਦੇ ਰਾਹੀਂ ਕੀਤੇ ਸੀ, ਪਰ ਰੱਦ ਕਹਿੰਦੇ ਅਸੀਂ ਪਾਰਲੀਮੈਂਟ ਦੇ ਵਿੱਚ ਹੀ ਇਹਨਾਂ ਕਾਨੂੰਨਾਂ ਨੂੰ ਕਰਾਂਗੇ। ਜਦੋਂ ਸਾਰਾ ਦੇਸ਼ ਹੁਣ ਦੇਖੋ, ਕਿਸਾਨ ਜਥੇਬੰਦੀਆਂ ਨੇ ਵੀ ਧੰਨਵਾਦ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦਾ। ਜਦੋਂ ਸਾਰਾ ਦੇਸ਼ ਭਾਵੇਂ ਨੁਕਸਾਨ ਜਿੰਨਾ ਵੀ ਹੋਇਆ ਜਾਨੀ ਮਾਨੀ ਤੌਰ 'ਤੇ, ਉਸ ਤੋਂ ਬਾਅਦ ਇੱਕ ਏਕੇ ਦੀ ਲੜੀ ਦੇ ਵਿੱਚ ਇਹ ਦੇਸ਼ ਚੱਲ ਰਿਹਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਕਾਨੂੰਨ ਵਾਪਸ ਲਏ। ਪਰ ਹਾਲੇ ਵੀ ਕਈ ਤਾਕਤਾਂ ਹੈਗੀਆਂ ਨੇ ਜੋ ਦੇਸ਼ ਨੂੰ ਵੰਡਣਾ ਚਾਹੁੰਦੀਆਂ ਨੇ। ਭਾਵੇਂ ਉਹਦੇ 'ਚ ਗੋਦੀ ਮੀਡੀਆ ਹੋ ਗਿਆ, ਜਿਹਦਾ ਲਗਾਤਾਰ ਬਾਈਕਾਟ ਰਿਹਾ ਕਿਸਾਨੀ ਅੰਦੋਲਨ ਦੇ ਦੌਰਾਨ, ਚਾਹੇ ਕੰਗਣਾ ਰਣਾਵਤ ਵਰਗੇ ਕੁਝ ਉਹ ਫੇਸ ਹੈਗੇ ਨੇ ਜੋ ਲੀਡਰਾਂ ਦੀ ਜਾਂ ਕਹਿ ਸਕਦੇ ਹਾਂ ਕਿ ਪਾਰਟੀਆਂ ਦੀ ਚਾਪਲੂਸੀ ਕਰਕੇ ਆਪਣੇ ਆਪ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਵੱਡੇ ਖਾਸ ਹਾਂ। ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਾਂਗੇ ਗੋਦੀ ਮੀਡੀਆ ਤੋਂ। ਜਦੋਂ ਸਾਰਾ ਦੇਸ਼ ਧੰਨਵਾਦ ਕਰ ਰਿਹਾ ਸੀ ਪ੍ਰਧਾਨ ਮੰਤਰੀ ਦਾ, ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦਿੱਤਾ ਗਿਆ ਸੀ, ਉਹੀ ਏਕਤਾ ਧੰਨਵਾਦ ਕਰ ਰਹੀ ਸੀ, ਤਾਂ ਉੱਥੇ ਗੋਦੀ ਮੀਡੀਆ ਕਹਿੰਦਾ ਕਿ ਅਸੀਂ ਦੇਸ਼ ਨੂੰ ਝੁਕਣ ਨਹੀਂ ਦੇਵਾਂਗੇ। ਹਾਲਾਂਕਿ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਬਣਦਾ ਕਿ ਦੇਸ਼ ਉਹ ਲੋਕਾਂ ਦਾ ਦੇਸ਼ ਸਮਝਦੇ ਨੇ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਸਮਝਦੇ ਨੇ। ਕਿਉਂਕਿ ਜਦੋਂ ਨਰਿੰਦਰ ਮੋਦੀ ਟਰਮ ਪੂਰੀ ਹੋ ਜੂਗੀ ਕਿ ਹੋਰ ਪ੍ਰਧਾਨ ਮੰਤਰੀ ਆ ਜਾਊਗਾ, ਤਾਂ ਫਿਰ ਕੀ ਦੇਸ਼ ਨਹੀਂ ਰਹੂਗਾ? ਇਹ ਗੋਦੀ ਮੀਡੀਆ ਦੇ ਇਹ ਨਕਾਬ ਕਹਿ ਸਕਦੇ ਹਾਂ ਆਪਾਂ ਕਿ ਉਤਰਦੇ ਦਿਖਾਈ ਦੇ ਰਹੇ ਨੇ, ਜੋ ਲੋਕਾਂ ਨਾਲ ਨਹੀਂ ਕਿਤੇ ਨਾ ਕਿਤੇ ਹਕੂਮਤਾਂ ਦੇ ਨਾਲ ਖੜਦੇ ਨੇ। ਦਾਅਵਾ ਇਸ ਗੱਲ ਦਾ ਕਰਦੇ ਨੇ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਪਰਮਿੰਦਰ ਜੀ, ਗੋਦੀ ਮੀਡੀਆ ਤੋਂ। ਦੇਖੋ, ਮੀਡੀਆ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਗੁਰਜਿੰਦਰ ਜੀ। ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਜਦੋਂ ਕਿਤੇ ਗੱਲ ਤੁਰਦੀ ਹੈ ਲੋਕਤੰਤਰ ਦੇ ਥੰਮਾਂ ਦੀ ਗੱਲ ਆਉਂਦੀ ਹੈ ਤਾਂ ਜੀ ਇੱਕ ਥੰਮ, ਇੱਕ ਪਿਲਰ ਕਹਿ ਲਓ ਇਹਨੂੰ, ਮੀਡੀਆ ਨੂੰ ਮੰਨਿਆ ਜਾਂਦਾ ਇਹਦੇ ਵਿੱਚ ਜੀ। ਤੇ ਜਿੱਥੇ ਚਾਰ ਪਿਲਰ ਕੰਮ ਕਰਦੇ ਨੇ ਤੇ ਨਾਲ ਇੱਕ ਪਿਲਰ ਹੋਰ ਖੜਾ ਹੁੰਦਾ ਹੈ ਤੇ ਉਹ ਪਿਲਰ ਦੀ ਅਹਿਮੀਅਤ ਕੁਛ ਜ਼ਿਆਦਾ ਵੱਧ ਜਾਂਦੀ ਹੈ। ਯਾਨੀ ਕਿ ਆਪਾਂ ਕਹਿ ਲਓ ਕਿ ਭਾਵੇਂ ਕਿ ਸੰਵਿਧਾਨਕ ਤੌਰ ਤੇ ਆਪਾਂ ਜੇ ਕਹੀਏ ਕਿ ਕੋਈ ਖਾਸ ਰਿਆਇਤਾਂ, ਸਹੂਲਤਾਂ ਜਾਂ ਕੁਛ ਖਾਸ ਅਧਿਕਾਰ ਨਹੀਂ ਹੈਗੇ ਮੀਡੀਆ ਕੋਲ ਇੱਦਾਂ ਦੇ, ਲੇਕਿਨ ਫਿਰ ਵੀ ਇਹਨੂੰ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਬਹੁਤ ਅਹਿਮ ਸਥਾਨ ਦਿੱਤਾ ਹੋਇਆ, ਤਾਂ ਇਹ ਸਵਾਲ ਖੜੇ ਕਰ ਸਕਦਾ ਹੈ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਤੇ। ਇਹ ਕੜੀ ਦਾ ਕੰਮ ਕਰਦਾ ਲੋਕਾਂ ਔਰ ਸਰਕਾਰਾਂ ਦਾ ਵਿਚਕਾਰ ਦਾ। ਲੋਕਤੰਤਰ ਦੇ ਵਿੱਚ ਇਸ ਦਾ ਆਪਾਂ ਕਹਿ ਲਓ ਯੋਗਦਾਨ ਬਹੁਤ ਵੱਡਾ, ਮਹੱਤਵਪੂਰਨ ਕਹਿ ਲਓ, ਅਹਿਮ ਹੈ ਨਾ। ਤੇ ਜਦੋਂ ਸਰਕਾਰਾਂ ਕੋਈ ਨਕਾਰਾਤਮਕ ਨੀਤੀਆਂ ਜਾਂ ਲੋਕ ਹਿੱਤਾਂ ਨੂੰ ਲਾਂਭੇ ਕਰਕੇ ਜਾਂ ਲੋਕਤੰਤਰ ਦਾ ਘਾਣ ਕਰਕੇ ਕੁਛ ਇਸ ਤਰ੍ਹਾਂ ਦੇ ਕੰਮ ਜਾਂ ਕਾਰਗੁਜ਼ਾਰੀ ਕਰਦੀਆਂ ਨੇ ਕਿ ਉਹਨਾਂ ਦਾ ਸਿੱਧਾ ਤੇ ਸਿੱਧਾ ਅਸਰ ਲੋਕਤੰਤਰ ਤੇ, ਸੰਵਿਧਾਨ ਤੇ ਔਰ ਖਾਸ ਕਰ ਜਿਹੜੇ ਨੀਂਹ ਹੈ ਲੋਕਾਂ ਦੇ ਉੱਤੇ ਪੈਂਦਾ। ਤਾਂ ਇਹ ਉਹਨਾਂ ਨੀਤੀਆਂ ਦੇ ਖਿਲਾਫ ਉਹਨਾਂ ਦਾ ਵਿਰੋਧ ਕਰਕੇ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਘੇਰਦੀਆਂ ਔਰ ਉਹਨਾਂ ਨੂੰ ਦੱਸਦੀਆਂ ਨੇ ਕਿ ਤੁਸੀਂ ਕਟਹਿਰੇ 'ਚੋਂ ਹੁਣ ਜੀ ਤੇ ਤੁਹਾਨੂੰ ਜਵਾਬ ਦੇ ਬਣਨਾ ਪੈਣਾ, ਤੁਸੀਂ ਜਵਾਬ ਦੇ ਹੋ ਇੱਥੇ। ਬਿਲਕੁਲ, ਤੁਸੀਂ ਆਹ ਕੰਮ ਕਿਵੇਂ ਕਰ ਲਿਆ, ਕਿਸ ਬਿਨਾਹ ਤੇ ਕਰ ਲਿਆ, ਤੇ ਆਪਣਾ ਰੋਲ ਨਿਭਾ ਕੇ ਉਹ ਸਕਾਰਾਤਮਕ ਰੂਪ ਨਿਭਾ ਕੇ ਆਪਣਾ ਰੋਲ ਨਿਭਾ ਕੇ ਜੋ ਯੋਗਦਾਨ ਪਾਉਂਦੀਆਂ ਨੇ ਲੋਕ ਹਿੱਤਾਂ ਦੀ ਰਾਖੀ ਦੇ ਲਈ। ਪਰ ਹੁਣ ਇਸ ਵਾਰ ਅੰਦੋਲਨ ਦੇ ਵਿੱਚ ਦੇਖਣ 'ਚ ਕੀ ਆਇਆ ਹੈ ਕਿ ਕੁਝ ਸਾਲਾਂ ਤੋਂ ਜਿਹੜਾ ਮੀਡੀਆ ਹੈਗਾ ਉਹ ਇੱਕ ਪਾਸੜ ਹੋ ਕੇ ਤੁਰਿਆ ਜਾ ਰਿਹਾ ਹੈ। ਚੌਥਾ ਥੰਮ ਕਹਿੰਦੇ ਜਿਹੜਾ ਆਪਾਂ, ਚੌਥਾ ਥੰਮ ਜਿਹੜਾ ਮੰਨਿਆ ਜਾਂਦਾ, ਉਹਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਜਾਂ ਸ਼ੋਹਰਤ ਜਾਂ ਜਿਹੜੀ ਆਪਾਂ ਕਹਿ ਲਓ ਕਿ ਇੱਕ ਮੈਂ ਸਭ ਤੋਂ ਮੂਹਰੇ ਫਸਟ ਹੈ ਨਾ, ਉਹ ਚੀਜ਼ ਨਹੀਂ ਆਉਂਦੀ। ਕੋਈ ਆਵੇ ਚਾਹੇ ਲੋਕ ਆਉਣ, ਚਾਹੇ ਸਰਕਾਰ ਆਵੇ, ਚਾਹੇ ਕੁਛ ਆਵੇ, ਸਾਰਿਆਂ ਦੇ ਹਿੱਤਾਂ ਨੂੰ ਬਰਾਬਰ ਦਾ ਦਰਜਾ ਜਿਹੜਾ ਹੈਗਾ ਉਹ ਮਿਲਦਾ ਹੈ। ਬਿਲਕੁਲ। ਤੇ ਇਹ ਮੀਡੀਆ ਹੁਣ ਜਿਹੜਾ ਕੁਛ ਸਾਲਾਂ ਤੋਂ ਮੈਂ ਗੱਲ ਕਰ ਰਿਹਾ, ਇਹ ਕੁਛ ਸਾਲਾਂ ਤੋਂ ਜਿਹੜਾ ਮੀਡੀਆ ਆਪਣਾ ਰੋਲ ਨਿਭਾ ਰਿਹਾ ਉਹ ਇੱਦਾਂ ਹੋ ਗਿਆ ਕਿ ਇਹਨਾਂ ਨੇ ਸਕਾਰਾਤਮਕ ਰੂਪ ਜਿਹੜਾ ਲੋਕਾਂ ਲਈ ਹੋਣਾ ਚਾਹੀਦਾ ਸੀ ਉਹਨੂੰ ਲਾਂਭੇ ਕਰਤਾ, ਪਰੇ ਰੱਖਤਾ। ਪਰ ਪੈਸਾ, ਬਿਜ਼ਨਸ ਹੈ ਜਿਹੜਾ ਔਰ TRP ਦਾ ਖੇਲ ਹੋ ਗਿਆ, ਮੁੱਖ ਰੱਖ ਲਿਆ ਕਿ ਅਸੀਂ ਲੋਕਤੰਤਰ, ਸੰਵਿਧਾਨ, ਲੋਕ ਹਿੱਤ, ਅਧਿਕਾਰ, ਫਰਜ਼ ਸਭ ਕੁਛ ਖਤਮ ਕਰ ਦਿਓ। ਪੈਸਾ ਜਿੱਥੋਂ ਆਉਂਦਾ, ਜਿੰਨਾ ਆਉਂਦਾ
ਉਸੇ ਦੇ ਗੁਣਗਾਨ ਕਰ ਦੋ। ਅੱਛਾ, ਇਹ ਵੀ ਨਹੀਂ ਹੈ ਕਿ ਇੱਕ ਪਾਸੇ ਸਿਰਫ ਇੱਕ ਪਾਸੇ ਉਹ ਕਹਿੰਦਾ ਕਿ ਇਹ ਵੱਧ ਪੈਸਾ ਦੇ ਰਿਹਾ, ਇਹਦਾ ਵੱਧ ਰੌਲਾ ਪਾਓ, ਇਹ ਘੱਟ ਦਿੰਦਾ, ਇਹਨੂੰ ਘੱਟ ਰੱਖ ਲਓ। ਯਾਨੀ ਕਿ ਲੈਣਾ ਸਭ ਤੋਂ ਹੈ, ਬਸ ਥੋੜਾ ਬਹੁਤਾ ਕਰੀ ਜਾਓ। ਜਿਹਨੇ ਜੋ ਪੈਸਾ ਵੱਧ ਦੇ ਕੇ ਕਹਤਾ ਇਹ ਚਲਾਓ, ਉਹ ਚਲਾਤਾ। ਉਹੀ ਚੀਜ਼ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲੀ ਹੈ, ਵੱਡੀ ਚੀਜ਼ ਦੇਖਣ ਨੂੰ ਮਿਲੀ ਹੈ। ਪਰ ਲੋਕਾਂ ਨੇ ਇਸ ਵਾਰ ਐਸਾ ਭਜਾਇਆ ਹੈ, ਮੀਡੀਆ ਨੂੰ ਅੱਗੇ ਲਾ ਲਿਆ ਜੀ, ਅੱਗੇ ਲਾ ਕੇ ਹੁਣ ਫਿਰ ਉਹਨਾਂ ਕੋਲ ਕੀ ਰਾਹ ਬਚਿਆ? ਇੱਕ ਮੀਡੀਆ ਕੋਲ, ਗੋਦੀ ਮੀਡੀਆ ਜਿਹਨੂੰ ਕਹਿਣ ਲੱਗ ਗਏ ਲੋਕ, ਉਹਨਾਂ ਕੋਲ ਕੀ ਰਾਹ ਬਚਿਆ ਕਿ ਬਸ ਗੁਣਗਾਨ ਕਰੀ ਜਾਓ ਤੇ ਇਹ ਅੰਦੋਲਨ ਨੂੰ ਬਦਨਾਮ ਕਰਨ ਲਈ, ਕਿਸਾਨ ਆਗੂਆਂ ਨੂੰ, ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਤਰ੍ਹਾਂ ਦੇ ਜਿਹੜੇ ਖੇਲ ਰਚੇ ਗਏ, ਨਾਮ ਦਿੱਤੇ ਗਏ ਤੇ ਬਲੇਮ ਲਾਏ ਗਏ, ਛੋਟੀ ਗੱਲ ਨੂੰ ਵੱਡਾ ਕਰਕੇ ਪੇਸ਼ ਕੀਤਾ। ਹਾਂ, ਜਿਵੇਂ ਕੁਛ ਉੱਥੇ ਪਹਿਲਾਂ ਫੜੇ ਗਏ ਸੀ ਅੰਦੋਲਨ 'ਚ, ਕਿਸਾਨ ਆਗੂਆਂ ਨੇ ਫੜ ਲਏ ਸੀ ਕਿ ਉਹ ਕਵਰੇਜ ਕਰ ਰਹੇ ਸੀ ਜਿੱਥੇ ਕਿਸਾਨ ਬੈਠੇ ਨਹੀਂ ਸੀ, ਖਾਲੀ ਟੈਂਟ ਲੱਗੇ ਹੋਏ ਸੀ। ਉੱਥੋਂ ਇਹ ਤਸਵੀਰ ਪੇਸ਼ ਕਰਨਾ ਚਾਹੁੰਦੇ ਸੀ ਦੁਨੀਆ ਸਾਹਮਣੇ ਕਿ ਦੇਖੋ ਟੈਂਟ ਖਾਲੀ ਰਹਿ ਗਏ, ਤੰਬੂ ਖਾਲੀ ਰਹਿ ਗਏ, ਕਿਸਾਨ ਵਾਪਸ ਚਲੇ ਗਏ। ਉਹ ਇਹੀ ਚੀਜ਼ ਦਿਖਾਉਣ ਦੇ ਲਈ ਇੱਕ ਚੀਜ਼ ਨੂੰ, ਚਾਹੇ ਉਹ ਮੋਦੀ ਹੋਵੇ, ਚਾਹੇ ਅਮਿਤ ਸ਼ਾਹ ਹੋਵੇ, ਚਾਹੇ ਕੋਈ ਹੋਰ ਹੋਵੇ, ਉਸੇ ਚੀਜ਼ ਨੂੰ ਚਮਕਾਉਣ ਦੇ ਲਈ ਲੋਕਾਂ ਨੂੰ ਬਦਨਾਮ ਔਰ ਦੇਸ਼ ਵਿਰੋਧੀ ਸਾਬਤ ਕਰਨ ਦੇ ਲਈ ਜ਼ੋਰ ਲੱਗਿਆ ਹੋਇਆ ਸੀਗਾ ਜੀ। ਠੀਕ ਹੈ, ਇੱਕ ਗੱਲ ਹੋਰ ਇੱਥੇ ਕਹਿਣੀ ਮੈਂ ਵਾਜਬ ਸਮਝਦਾ ਮੇਰੇ ਵੱਲੋਂ ਨਿੱਜੀ ਤੌਰ ਤੇ, ਕਿ ਜਦੋਂ ਇਹ ਮੀਡੀਆ ਕੰਮ ਕਰਦਾ ਹੈ, ਇਸ ਤਰ੍ਹਾਂ ਦੇ ਕੰਮ ਕਰਦਾ, ਜਦੋਂ ਇੱਦਾਂ ਦੀ ਲੀਹ ਤੇ ਤੁਰਦਾ ਹੈ, ਗਲਤ ਵਾਲੇ ਪਾਸੇ ਤੁਰਦਾ, ਕੇਵਲ ਤੇ ਕੇਵਲ ਪੈਸੇ ਦੀ ਦੌੜ ਦੇ ਵਿੱਚ ਆ ਕੇ ਖੜ ਜਾਂਦਾ, ਜਾਂ TRP ਦੀ ਦੌੜ 'ਚ ਆ ਕੇ ਖੜ ਜਾਂਦਾ, ਤਾਂ ਜਦੋਂ ਇਹਦੇ ਉਲਟ ਨਤੀਜੇ ਆ ਜਾਂਦੇ ਨੇ ਸਾਹਮਣੇ, ਪ੍ਰਤੱਖ ਰੂਪ 'ਚ ਆ ਜਾਂਦੇ ਨੇ ਜੀ, ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਲੋਕ ਇਹਨਾਂ ਨੂੰ ਕਾਮਰੇਡ, ਖਾਲਿਸਤਾਨੀ, ਬਦਨਾਮ ਕਰਨ ਵਾਲੇ, ਜਾਂ ਲੋਕਾਂ ਦੇ ਵਿੱਚ ਵੰਡੀ ਪਾਉਣ ਵਾਲੇ, ਦੇਸ਼ ਵਿਰੋਧੀ, ਨਕਸਲੀ ਕਹਿੰਦੇ ਸੀਗੇ, ਉਹ ਲੋਕ ਫਿਰ ਉਸੇ ਸਟੇਜ ਦੇ, ਉਸੇ ਪਲੇਟਫਾਰਮ ਤੇ ਲੋਕਾਂ ਦੇ ਸਾਹਮਣੇ ਬੈਠ ਕੇ ਉਹਨਾਂ ਨੂੰ ਕਿਸਾਨ ਕਹਿਣ ਲਈ ਕਿਹੜੇ ਮੂੰਹ ਨਾਲ ਅੱਗੇ ਆ ਜਾਂਦੇ ਨੇ। ਇਹ ਮਤਲਬ ਇੱਥੇ ਕਹਿ ਲਓ ਕਿ ਜ਼ਮੀਰ ਵੀ ਮਰ ਜਾਂਦੀ ਹੈ ਉਹਨਾਂ ਦੀ, ਜ਼ਮੀਰ ਦਾ ਵੀ ਸੌਦਾ ਕਰਿਆ ਹੋਇਆ। ਆਪਣੇ ਕਹੇ ਤੇ ਤਾਂ ਖੜੋ। ਹਾਂ, ਆਪਣੇ ਕਹੇ ਤੇ ਖੜੋ। ਹੋਰ ਗੱਲ, ਜੇ ਆਪਾਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਕਰੀਏ, ਜੇ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਲੋਕ ਹਾਲੇ ਵੀ ਉਹਨਾਂ ਨੂੰ ਕਾਮਰੇਡ ਵਰਗੇ ਨਾਂ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕੁਛ ਵੀ ਹੈ, ਉਹਨਾਂ ਲੋਕਾਂ ਲਈ ਵੀ ਇਹ ਗੱਲ ਜ਼ਰੂਰੀ ਹੈ, ਜੇ ਇਹਨਾਂ ਆਗੂਆਂ ਦੇ ਖਿਲਾਫ ਜਾਂ ਇਹਨਾਂ ਆਗੂਆਂ ਨੇ ਜੀਵਨ ਦੇ ਵਿੱਚ ਕੋਈ ਐਸਾ ਗਲਤ ਕੰਮ ਕਰਿਆ ਹੁੰਦਾ ਜਿਹਦੇ ਨਾਲ ਪਤਾ ਸੀ ਕਿ ਇਹ ਸਰਕਾਰ ਵਿਰੋਧੀ ਰਿਹਾ, ਜਾਂ ਇਹਨੇ ਨਿੱਜੀ ਤੌਰ ਤੇ ਇਸ ਤਰ੍ਹਾਂ ਦਾ ਕੰਮ ਕਰ ਲਿਆ, ਇਹਨੇ ਆਪਣੇ ਪਰਿਵਾਰ ਲਈ ਆਹ ਕਰ ਲਿਆ, ਇਹਨੇ ਆਹ ਕਰ ਲਿਆ, ਇਹਨੇ ਇੱਥੋਂ ਖਾ ਲਿਆ, ਇਹਨੇ ਉੱਥੇ ਖਾ ਲਿਆ, ਤਾਂ ਗੋਦੀ ਮੀਡੀਆ ਕਬਰਾਂ ਖੋਦ ਦਿੰਦਾ ਜੀ। ਇਹਨਾਂ ਦੇ ਖਿਲਾਫ ਕੁਝ ਮਿਲਿਆ ਹੀ ਨਹੀਂ। ਬਿਲਕੁਲ ਮਿਲਿਆ ਹੀ ਨਹੀਂ ਹੈ। ਜ਼ੋਰ ਤਾਂ ਪੂਰਾ ਲੱਗਿਆ ਨਾ, ਟਿੱਲ ਲਾਇਆ। ਹਾਂ, ਸਰਕਾਰਾਂ ਨੇ, ਏਜੰਸੀਆਂ ਨੇ, ਮੀਡੀਆ ਨੇ ਪੂਰਾ ਟਿੱਲ ਲਾਇਆ। ਬਿਲਕੁਲ, ਬਈ ਇਹ ਕਿਸੇ ਨਾ ਕਿਸੇ ਤਰੀਕੇ ਕਿਹੜੇ ਸਕੰਜੇ 'ਚ ਆ ਜਾਣ, ਪਰ ਇਹਨਾਂ ਦੇ ਗਲ ਤੱਕ ਹੱਥ ਪਹੁੰਚਣ ਵਾਲਾ ਨਹੀਂ ਸੀਗਾ। ਯਾਨੀ ਕਿ ਕਹਿਣ ਦਾ ਭਾਵ, ਮੈਂ ਇਹ ਨਹੀਂ ਕਹਿੰਦਾ ਕਿ ਕਿਸੇ 'ਚ ਕੋਈ ਬੁਰਾਈ ਨਹੀਂ ਹੁੰਦੀ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਜਿਹੜੇ ਲੀਡ ਕਰ ਰਹੇ ਸੀ ਨਾ, ਅਗਵਾਈ ਕਰਨ ਵਾਲੇ ਜਿਹੜੇ ਕਿਸਾਨ ਅੰਦੋਲਨ ਦੇ ਬੰਦੇ ਸੀਗੇ, ਉਹਨਾਂ ਨੇ ਆਪਣੇ ਦਾਮਨ ਪਾਕ ਸਾਫ ਇੰਨੇ ਕੁ ਰੱਖੇ ਹੋਏ ਸੀ ਕਿ ਇਹ ਸਰਕਾਰ ਚਾਹ ਕੇ ਵੀ ਉਹਨਾਂ ਨੂੰ ਅੰਦਰ ਨਹੀਂ ਕਰ ਸਕੀ। ਬਿਲਕੁਲ, ਚਾਹੇ ਉਹ ਲੋਕਾਂ ਦਾ ਇਕੱਠ ਸੀ ਤੇ ਚਾਹੇ ਇਹਨਾਂ ਦੀ ਇਮਾਨਦਾਰੀ ਸੀ, ਦੋਨੋਂ ਚੀਜ਼ਾਂ ਮਿਲ ਕੇ ਸੀਗੀਆਂ। ਬਿਲਕੁਲ, ਇੱਕ ਚੀਜ਼ ਨਹੀਂ ਸਾਹਮਣੇ ਆਉਂਦੀ। ਦੂਜਾ, SKM ਦੇ ਅਸੂਲ ਬੜੇ ਤਕੜੇ ਸੀ, ਜੋ ਦੂਜਿਆਂ ਲਈ ਸੀ ਉਹੀ ਆਪਣੇ ਆਗੂਆਂ ਲਈ ਸੀ। ਜਿਸ ਨੇ ਵੀ ਗਲਤੀ ਕੀਤੀ ਉਹਨੂੰ ਸਸਪੈਂਡ ਕੀਤਾ ਗਿਆ, ਬਾਹਰ ਕੱਢਿਆ ਗਿਆ। ਬਿਲਕੁਲ, ਉਹ ਅਸੂਲ ਬਣਾਏ, ਇਮਾਨਦਾਰੀ ਨਾਲ ਚੱਲੇ, ਪਿਛਲਾ ਜੀਵਨ ਵੀ ਇਮਾਨਦਾਰੀ ਨਾਲ ਜੀਆ ਹੋਇਆ ਹੋਊਗਾ, ਤੇ ਨਾਲ ਲੋਕਾਂ ਦਾ ਇਕੱਠ ਸੀਗਾ ਜਿਹਦਾ ਫਾਇਦਾ ਲੈ ਸਕਦੀ ਸੀ ਸਰਕਾਰ। ਵੀ ਆ ਦੇਖੋ, ਇਸ ਬੰਦੇ ਨੇ ਆਹ ਚੀਜ਼ ਕਰੀ, ਵਾਡਰਾ ਵਰਗੇ, ਬਿਲਕੁਲ ਉਹਨਾਂ ਦੇ ਉੱਤੇ ਕੇਸ ਚੱਲ ਗਏ। ਹੋਰ ਬਥੇਰੇ ਵੱਡੇ ਲੀਡਰ ਨੇ ਜਿਹੜੇ, ਮਤਲਬ ਮੈਂ ਨਾਂ ਤਾਂ ਲਿਆ ਕਿ ਸੋਨੀਆ ਪਰਿਵਾਰ ਹੋਵੇ, ਗਾਂਧੀ ਪਰਿਵਾਰ ਹੋਵੇ, ਉਹਦਾ ਜਵਾਈ ਹੋਵੇ, ਉਹਨੂੰ ਤੱਕ ਹੱਥ ਪਾ ਲਿਆ ਇਹਨਾਂ ਨੇ।
ਤੇ ਇਹਨਾਂ ਲੋਕਾਂ ਨੂੰ ਹੱਥ ਨਹੀਂ ਪਾ ਸਕੇ। ਬਿਲਕੁਲ, ਇਹਦਾ ਮਤਲਬ ਸਾਫ਼ ਤਾਂ ਜ਼ਾਹਿਰ ਹੁੰਦਾ ਨਾ ਕਿ ਇਹਨਾਂ ਲੋਕਾਂ ਦਾ ਪਿਛੋਕੜ ਦਾਗਦਾਰ ਨਹੀਂ ਰਿਹਾ। ਇੱਕ ਲੋਕਾਂ ਦੀ ਤਾਕਤ ਨਾਲ ਸੀ, ਨਾਲ ਤਾਕਤ ਵੀ ਹੋਵੇ, ਪਰ ਉਸ ਤਾਕਤ ਦਾ ਫਾਇਦਾ ਵੀ ਲੈ ਲੈਂਦੇ ਨਾ ਸਰਕਾਰਾਂ, ਏਜੰਸੀਆਂ ਲੈ ਲੈਂਦੀਆਂ ਨੇ ਕਿ ਇਹਦੇ ਖਿਲਾਫ ਆਹ ਚੀਜ਼ ਮਿਲ ਗਈ, ਹੁਣ ਇਹਨੂੰ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਕੱਟ ਲਈ ਫਿਰਦਾ ਉਹ 'ਚ ਐ ਬਦਨਾਮ ਕਰੋ। ਪਰ ਪਰਮਿੰਦਰ ਜੀ ਤੁਸੀਂ ਆਹ ਦੇਖੋ ਕਿ ਸਰਕਾਰ ਨੇ, ਤੁਸੀਂ ਵੀ ਕਿਹਾ ਕਿ ਜ਼ੋਰ ਲਾ ਕੇ ਸਰਕਾਰ ਹਟੀ, ਸਰਕਾਰ ਨੇ ਸਭ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨਾਕਾਮਯਾਬ ਰਹੀ। ਸਰਕਾਰ ਨੇ ਉਸ ਤੋਂ ਬਾਅਦ ਫਿਰ ਬਿਆਨਬਾਜ਼ੀ ਸ਼ੁਰੂ ਕੀਤੀ ਕਿ ਇਹ ਖਾਲਿਸਤਾਨੀ ਨੇ, ਅਰਬਨ ਨਕਸਲ ਨੇ, ਇਹ ਨੈਕਸਲਾਈਟ ਨੇ, ਇਹਨਾਂ ਨੂੰ ਫੰਡਿੰਗ ਹੁੰਦੀ ਹੈ, ਇਹ ਚਾਈਨਾ ਤੋਂ ਸਪਾਂਸਰ ਨੇ, ਪਾਕਿਸਤਾਨ ਤੋਂ ਸਪਾਂਸਰ ਨੇ। ਪਰ ਲੋਕ ਤਾਂ ਇਸ ਗੱਲ ਤੇ ਖੜੇ ਸੀ ਨਾ, ਤੁਸੀਂ ਜੋ ਮਰਜ਼ੀ ਕਹੋ, ਸਾਨੂੰ ਤਾਂ ਸਾਡੇ ਆਗੂ ਮਨਜ਼ੂਰ ਨੇ। ਬਿਲਕੁਲ ਮਨਜ਼ੂਰ ਵੀ ਤਾਂ ਹੀ ਸੀ ਨਾ ਜੇ ਲੋਕ ਉਹਨਾਂ ਦੇ ਵਿੱਚ ਵਿਚਰੇ ਹੋਏ ਸੀਗੇ। ਬਿਲਕੁਲ, ਲੋਕਾਂ 'ਚ ਉਹ ਵਿਚਰੇ ਹੋਏ ਸੀਗੇ, ਲੋਕਾਂ ਨੂੰ ਉਹਨਾਂ ਦੇ ਕਿਰਦਾਰ ਦਾ ਪਤਾ ਸੀਗਾ। ਪਰ ਮੀਡੀਆ ਦੀ ਗੱਲ ਕਰਦੇ ਤਾਂ ਮੀਡੀਆ ਨੇ ਇੰਨਾ ਕੁ ਨਕਾਰਾਤਮਕ ਰੂਪ ਦਿਖਾਇਆ ਇਸ ਅੰਦੋਲਨ ਦੇ ਲਈ, ਤੇ ਅੱਜ ਉਹ ਬੰਦੇ ਜਿਨ੍ਹਾਂ ਨੇ ਸਕਾਰਾਤਮਕ ਰੂਪ ਪੇਸ਼ ਕਰਨ ਦੇ ਲਈ ਅੰਦੋਲਨ ਦਾ ਆਪਣੀ ਜੌਬ ਤੱਕ ਮਤਲਬ ਐ ਗੱਲ ਵਾਰਤੀ ਹੈ ਨਾ, ਉਹਨਾਂ ਦੇ ਉੱਤੇ ਈਡੀ ਦੇ ਜਾਂ ਹੋਰ ਬਥੇਰੇ ਇਦਾਂ ਦੇ ਰੇਡਾਂ ਵੀ ਪਈਆਂ, ਉਹਨਾਂ ਦੇ ਘਰਾਂ 'ਚ ਵੀ ਬੈਠੇ ਜਾ ਕੇ, ਠੀਕ ਹੈ, ਉਹਨਾਂ ਨੂੰ ਡਰਾਉਣ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਉਹਨਾਂ ਦੇ ਨੌਕਰੀਆਂ ਤੋਂ ਵੀ ਕਾਰਪੋਰੇਟਾਂ ਨੂੰ ਕਹਿ ਕੇ ਹਟਾਇਆ ਗਿਆ। ਲੇਕਿਨ ਉਹ ਵਿਚਾਰੇ ਖੜੇ ਰਹੇ ਕਿ ਚਲੋ ਕੋਈ ਨਹੀਂ, ਅਸੀਂ ਤਾਂ ਸੱਚ ਬੋਲਣਾ ਹੈ, ਅਸੀਂ ਬੋਲ ਰਹੇ ਹਾਂ। ਉਹਨਾਂ ਤੇ ਕਈਆਂ ਦੇ ਪਰਚੇ ਵੀ ਹੋਏ ਨੇ ਜੀ, ਤੇ ਹੋ ਸਕਦਾ ਜਿਹੜਾ ਲਖੀਮਪੁਰ ਕਾਂਡ ਵਾਪਰਿਆ 'ਚ ਪੱਤਰਕਾਰ ਦੀ ਮੌਤ ਹੋਈ, ਹੋ ਸਕਦਾ ਉਹਨੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਪਹਿਲਾਂ ਪੇਸ਼ ਕੀਤੀ ਹੋਵੇ ਜਿਹੜਾ ਅੰਦੋਲਨ ਦੇ ਪੱਖ ਵਿੱਚ ਹੋਵੇ, ਸਭ ਤੋਂ ਮਿਲ ਗਿਆ ਹੋਵੇ। ਅਹਿਮ ਗੱਲ ਤਾਂ ਇਹ ਹੈ ਨਾ ਕਿ ਪੱਤਰਕਾਰ ਦੀ ਮੌਤ, ਚਲੋ ਆਪਾਂ ਨੂੰ ਮੰਨਿਆ ਕਿ ਬੀਜੇਪੀ ਦਾ ਵਿਰੋਧ ਸੀ ਕਿਸਾਨਾਂ ਦੇ ਨਾਲ, ਗੁੱਸੇ 'ਚ ਉਹਨਾਂ ਨੇ ਵਿਰੋਧ ਕਰਕੇ ਗੱਡੀ ਚੜਾਤੀ। ਜਿਹੜੀ ਪੱਤਰਕਾਰ ਦੀ ਮੌਤ ਹੈ, ਉਹਦੇ ਮੌਤ ਪਿੱਛੇ ਤਾਂ ਕਾਰਨ ਨੇ ਨਾ, ਲੁਕਵੇਂ ਕਾਰਨ ਨੇ ਜੋ ਹਜੇ ਤੱਕ ਸਾਹਮਣੇ ਨਹੀਂ ਆਏ। ਉਹੀ ਗੱਲ ਕਰਦਾ ਕਿ ਉਹ ਹੋ ਸਕਦਾ ਉਹਨੇ ਕੋਈ ਬਹੁਤ ਅੱਛੀ ਪੇਸ਼ਕਾਰੀ ਕੀਤੀ ਹੋਵੇ ਜਿਹੜੀ ਅੰਦੋਲਨ ਦੇ ਵਿੱਚ ਸਿੱਧੇ ਪੱਖ 'ਚ ਜਾਰੀ ਹੋਵੇ ਤੇ ਸਰਕਾਰ ਵਿਰੋਧੀ ਹੋਵੇ, ਤੇ ਜਾਂ ਉਸ ਬੰਦੇ ਵਿਰੋਧੀ ਹੋਵੇ ਜਿਹਨੇ ਉੱਥੇ ਕਾਂਡ ਇਦਾਂ ਦਾ ਕਰਵਾਇਆ, ਤੇ ਉਹ ਫਿਰ ਉਹਨੂੰ ਪਤਾ ਸੀ ਕਿ ਇਹ ਵੀ ਉੱਥੇ ਪਿਆ ਬੈਠਾ ਖੜਾ ਹੈ ਜਾਂ ਇਹ ਉਹਦੇ 'ਚ ਸ਼ਾਮਲ ਹੋਇਆ, ਇਹਨੂੰ ਹੁਣ ਮੌਕਾ ਹੈ ਚੱਕ ਦੋ। ਉਹ ਹੋ ਸਕਦਾ ਇਸ ਤਰ੍ਹਾਂ ਦੀ ਕੋਈ ਘਟਨਾ ਉੱਥੇ ਵਾਪਰੀ ਹੈ, ਜਾਂ ਉਹਦੇ ਨਾਲ ਜਿਹੜੀ ਵਾਪਰੀ ਹੈ ਘਟਨਾ ਉਹ ਇਸ ਤਰ੍ਹਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੋਵੇ। ਯਾਨੀ ਕਿ ਕਹਿਣ ਦਾ ਭਾਵ ਹੈ ਇਕੱਲੇ ਕਿਸਾਨਾਂ ਨੂੰ ਬਦਨਾਮ ਜਾਂ ਮਾਰਨ ਦੀ ਜਾਂ ਅੜਿੱਕੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਮੀਡੀਆ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਕੱਲੀ, ਤੇ ਉਹ ਪੱਤਰਕਾਰਾਂ ਤੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਸੀ ਜਾਂ ਪ੍ਰੈਸ ਜਿਹੜੀ ਕੰਮ ਕਰਦੀ ਸੀ ਇਮਾਨਦਾਰੀ ਨਾਲ, ਉਹਨਾਂ ਦੇ ਉੱਤੇ ਵੀ ਸ਼ਿਕੰਜੇ ਕੱਸੇ ਗਏ ਸੀਗੇ। ਬਿਲਕੁਲ, ਤੇ ਉਹ ਚੀਜ਼ ਜਿਹੜੀ ਹੁਣ ਗੋਦੀ ਮੀਡੀਆ ਜਿਹਨੇ ਵਿਸ਼ਵਾਸ ਖੋਤਾ, ਪਰ ਲੋਕਾਂ ਨੇ ਇੰਨਾ ਕਿ ਭਜਾਏ ਕਿ ਬਕਾਇਦਾ ਤੌਰ ਤੇ ਬਾਈਟ ਲੈਣ ਆਉਂਦਾ ਸੀ ਦਾ ਪੱਤਰਕਾਰ, ਉਹਨੂੰ ਕਹਿੰਦੇ ਸੀ ਤੂੰ ਫਲਾਣੇ ਚੈਨਲ ਤੋਂ ਨਾ, ਉਹ ਸਾਨੂੰ ਕੀ ਕਹਿੰਦਾ, ਤੁਸੀਂ ਇੱਥੇ ਕੀ ਕਰਨ ਆਏ ਹੋ, ਤੁਸੀਂ ਸਾਡੀ ਗੱਲ ਕਿਉਂ ਕਰਨ ਆਏ ਹੋ। ਅੱਜ ਉਹ ਲੋਕ ਮਜਬੂਰ ਕਿਉਂ ਨੇ, ਅੱਜ ਕਿਉਂ ਟੀਵੀ ਚੈਨਲਾਂ ਦੇ ਉੱਤੇ ਕਿਉਂ ਚਲਾਇਆ ਜਾ ਰਿਹਾ ਕਿਸਾਨ, ਕਿਉਂ ਸ਼ਬਦ ਵਰਤਿਆ ਜਾ ਰਿਹਾ ਕਿਸਾਨਾਂ ਤੇ ਕਿਉਂ ਸ਼ਬਦ ਸੰਯੁਕਤ ਕਿਸਾਨ ਮੋਰਚਾ ਕਿਉਂ ਕਿਹਾ ਜਾ ਰਿਹਾ, ਅੱਜ ਕਿਉਂ ਅੱਜ ਕਿਸਾਨ ਬਣ ਗਏ ਉਹ। ਤੇ ਮੋਦੀ ਨੇ ਫਿਰ, ਜੇ ਤੁਹਾਡੇ ਮੁਤਾਬਕ ਉਹ ਇਦਾਂ ਦੇ ਸੀਗੇ ਲੋਕ, ਇਦਾਂ ਦੇ ਕਾਮਰੇਡ ਨੇ, ਖਾਲਿਸਤਾਨੀ ਨੇ, ਨਕਸਲੀ ਨੇ, ਦੇਸ਼ ਪਾੜਨ ਵਾਲੇ ਨੇ, ਦੇਸ਼ ਦੀ ਵੰਡ ਕਰਨ ਵਾਲੇ ਨੇ, ਭਾਈਚਾਰੇ ਨੂੰ ਲੜਾਉਣ ਵਾਲੇ ਨੇ, ਤੇ ਮੋਦੀ ਨੇ ਉਹਨਾਂ ਦੀ ਗੱਲ ਕਿਉਂ ਮੰਨੀ। ਬਿਲਕੁਲ, ਤੁਹਾਡਾ ਤਾਂ ਦੇਸ਼ ਭਗਤ ਹੋ ਸਕਦਾ ਕੋਈ ਬੰਦਾ, ਉਹਨੇ ਕਿਉਂ ਗੱਲ ਮੰਨ ਲਈ ਫਿਰ, ਪ੍ਰਧਾਨ ਮੰਤਰੀ ਹੈ ਦੇਸ਼ ਦਾ, ਕਿਉਂ ਮੰਨੀ ਹੈ ਫਿਰ। ਬਿਲਕੁਲ, ਇਹ ਗੱਲ ਮਤਲਬ ਜਵਾਬ ਹੈ, ਮੰਗਦੇ ਨੇ, ਸਵਾਲ ਨੇ ਇਹ, ਪਰ ਆਊਗਾ ਸਾਹਮਣੇ ਕਿਹੜਾ। ਉਹ ਫਿਰ ਹੁਣ ਉਸ ਤਰ੍ਹਾਂ ਦੀਆਂ ਸ਼ਕਲਾਂ ਲੈ ਕੇ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਲੋਕ, ਪਰ ਲੋਕਾਂ 'ਚ ਤਾਂ ਚਲਿਆ ਗਿਆ ਨਾ ਹੁਣ ਸਾਰਾ ਕੁਝ। ਲੋਕ ਸਮਝ ਗਏ ਨਾ ਕਿ ਕਿੰਨਾ ਕੁ ਇਹਦਾ ਫਾਇਦਾ ਹੋ ਰਿਹਾ ਲੋਕਤੰਤਰ ਦਾ, ਲੋਕਾਂ ਦੇ ਹੱਕ 'ਚ ਕਿੰਨਾ ਕੁ ਖੜਦੇ ਨੇ ਇਹ ਵੱਡੇ ਕਾਰਪੋਰੇਟ, ਤੇ ਕਿੰਨਾ ਨੁਕਸਾਨ ਕਰਦੇ ਨੇ। ਇਹਨਾਂ ਨੇ ਤਾਂ ਟਿੱਲ ਲਾਇਆ ਨਾ, ਇਹ ਤਾਂ ਸਿਰਫ ਲੋਕਾਂ ਦੀ ਜਿੱਤ ਹੈ ਤੇ ਲੋਕਾਂ ਦੀ ਹੀ ਰਹਿਣੀ ਹੈ। ਉਹ ਇਹਦੇ 'ਚ ਬਥੇਰੇ ਪੋਲੀਟੀਸ਼ੀਅਨ ਆ ਗਏ ਹੁਣ, ਦੇਰ ਆਏ ਸਵੇਰ ਆਏ ਦਰੁਸਤ ਆਏ ਫਲਾਣਾ ਕਹਿਣ ਵਾਲੇ ਹਨ, ਉਹ ਸਾਰਾ ਕੁਝ ਤਿਕੜਮਬਾਜ਼ੀਆਂ ਨੇ ਇਹਨਾਂ ਦੀਆਂ। ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਵਿੱਚ ਫਸਣ ਦੀ ਲੋੜ ਨਹੀਂ, ਲੋਕਾਂ ਦੀ ਜਿੱਤ ਹੈ। ਲੋਕ ਇਕੱਠੇ ਹੋਏ, ਅਗਵਾਈ ਸੁਚੱਜੀ ਸੀਗੀ, ਠੀਕ ਹੈ, ਬਥੇਰੇ ਲੋਕਾਂ ਨੇ ਜ਼ੋਰ ਲਾਇਆ, ਇਹਨਾਂ ਨੂੰ ਕੁਛ ਕਹਿ ਕੇ ਕੁਛ ਕਰਨ ਦੇ ਮਜਬੂਰ ਵੀ ਕੀਤਾ, ਉਹ ਕੁਸਾਇਆ ਵੀ, ਠੀਕ ਹੈ, ਹਥਿਆਰ ਤੱਕ ਚੱਕਣ ਦੀ ਬੜੀ ਉਹ ਕੀ ਕਹਿੰਦੇ ਆਪਾਂ ਉਹਨੂੰ ਵੀ ਸਲਾਹ ਦਿੱਤੀ ਗਈ ਵੀ ਕਿਸਾਨ ਭੜਕਾਹਟ ਦੇ ਵਿੱਚ ਆਉਣ। ਹਾਂ, ਬਥੇਰਾ ਕੁਛ ਕੀਤਾ ਗਿਆ, ਉੱਥੇ ਘਟਨਾਵਾਂ ਵੀ ਵਾਪਰੀਆਂ, ਉਹਨਾਂ ਦੇ ਵਿੱਚ ਵੀ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਪਰਿਵਾਰ ਜਿਹੜੇ ਪੀੜਤ ਸੀਗੇ ਘਟਨਾਵਾਂ ਦੇ, ਉਹਨਾਂ ਦੇ ਪਰਿਵਾਰਾਂ ਨੂੰ ਲਿਆ ਕੇ ਵੀ ਅੱਗੇ ਖੜਾਇਆ ਗਿਆ। ਪਰ ਮਤਲਬ ਕਹਿਣ ਦਾ ਭਾਵ ਸਾਰਾ ਕੁਝ ਹੋਣ ਦੇ ਬਾਵਜੂਦ ਫਿਰ ਵੀ
ਆਫਟਰ ਆਲ ਇਸ ਏਕੇ ਦੇ ਅੱਗੇ, ਇਸ ਇੱਕ ਮੱਤ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ। ਬਿਲਕੁਲ ਪਰਮਿੰਦਰ ਜੀ, ਤੁਸੀਂ ਆ ਵੀ ਦੇਖੋ ਕਿ ਬੀਜੇਪੀ ਨੂੰ ਇੱਕ ਵਾਰ ਤਾਂ ਐਂ ਲੱਗਦਾ ਸੀ 26 ਜਨਵਰੀ ਤੋਂ ਬਾਅਦ ਜਿਉਂ-ਜਿਉਂ ਸਮਾਂ ਬੀਤਿਆ, ਕਿਉਂਕਿ ਕਿਸਾਨਾਂ ਨੇ ਕੰਮਕਾਰ ਵੀ ਕਰਨੇ ਸੀ, ਉਹ ਪਿੰਡਾਂ 'ਚ ਉਹ ਵਾਰੀਆਂ ਬੰਨ੍ਹ ਕੇ ਉੱਥੇ ਜਾਂਦੇ ਆਉਂਦੇ ਸੀ। ਬੀਜੇਪੀ ਨੂੰ ਲੱਗਦਾ ਸੀ ਕਿ ਹੁਣ ਅੰਦੋਲਨ ਦੇ ਵਿੱਚ ਉਨੀ ਜਾਨ ਨਹੀਂ ਰਹੀ, ਅੰਦੋਲਨ 'ਚ ਹੁਣ ਲੋਕਾਂ ਦੀ ਘਾਟ ਪੈ ਗਈ, ਅੰਦੋਲਨ ਆਪਣੇ ਆਪ 'ਚ ਹੀ ਸਮਾਪਤ ਹੋ ਜਾਊਗਾ। ਪਰ ਜੋ 5 ਸਤੰਬਰ ਦੀ ਮੁਜ਼ੱਫਰਨਗਰ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਗਈ ਸੀ, ਬੀਜੇਪੀ ਨੂੰ ਉਹ ਇਕੱਠ ਸਤਾਉਂਦਾ ਸੀ। ਬੀਜੇਪੀ ਨੂੰ ਪਤਾ ਸੀ ਕਿ ਹੁਣ ਇੱਕ ਕਿਸਾਨਾਂ ਦੀ ਇੱਕ ਕੌਲ ਤੇ ਲੱਖਾਂ ਕਿਸਾਨ ਇਕੱਠੇ ਹੋਣਗੇ। ਮੁਜ਼ੱਫਰਨਗਰ ਤੋਂ ਬਾਅਦ ਜਦੋਂ ਕਰਨਾਲ ਕਾਂਡ ਹੋਇਆ ਤੇ ਕਰਨਾਲ ਦਾ ਡੀਸੀ ਦਫ਼ਤਰ ਘੇਰਿਆ ਗਿਆ, ਉੱਥੇ ਲੱਖਾਂ ਲੋਕ ਪਹੁੰਚੇ। ਉਦੋਂ ਬੀਜੇਪੀ ਨੂੰ ਲੱਗਿਆ ਕਿ ਹੁਣ ਸਾਡਾ ਯੂਪੀ ਦਾ ਜੋ ਰਸਤਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਹੋ ਕੇ ਆਉਂਦਾ, ਹੁਣ ਸਾਨੂੰ ਨੁਕਸਾਨ ਹੋਊਗਾ, ਕਿਉਂਕਿ ਲੋਕਾਂ ਦੇ ਨਾਲ ਹਜੇ ਲੋਕ ਕੰਧ ਬਣ ਕੇ ਖੜੇ ਨੇ, ਆਗੂਆਂ ਦੇ ਨਾਲ ਹਜੇ ਲੋਕ ਪਿੱਛੇ ਨਹੀਂ ਹਟੇ। ਭਾਵੇਂ ਬੇਸ਼ੱਕ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਗਿਣਤੀ ਵੱਡੇ ਪੱਧਰ ਤੇ ਸੀ, ਫਿਰ ਕੰਮਾਂ ਕਾਰਾਂ ਕਰਕੇ ਥੋੜ੍ਹਾ ਜਿਹਾ ਹੋ ਵੀ ਜਾਂਦਾ, ਕਿਉਂਕਿ ਇੱਕ ਤਾਂ ਅੰਦੋਲਨ ਚੜ੍ਹਦੀ ਕਲਾ ਸੀ, ਦੂਜਾ ਫਿਰ ਸਥਾਈ ਹੋ ਗਿਆ, ਉਹ ਪ੍ਰੋਪਰ ਤਰੀਕੇ ਨਾਲ ਚੱਲਣ ਲੱਗਿਆ। ਪਰ 5 ਸਤੰਬਰ ਦੀ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ, ਹਾਂ ਉਹ ਦੇਖੋ ਇਕੱਠ ਤਾਂ ਵੱਧਦਾ ਜਾ ਰਿਹਾ ਸੀ ਨਾ ਜੀ। ਇਕੱਠ ਵਧਣ ਦੇ ਨਾਲ ਨਾਲ ਇੱਕ ਗੱਲ ਹੋਰ ਹੋ ਰਹੀ ਸੀ, ਅੰਦੋਲਨ ਜਿਹੜਾ ਹੈਗਾ ਉਹ ਫੈਲਦਾ ਜਾ ਰਿਹਾ ਸੀ, 1 2 3 4 ਸਟੇਟਾਂ ਕਵਰ ਕਰਦਾ। ਤੁਸੀਂ ਦੇਖਿਆ ਕਿ ਸਿਰ ਭੰਨੇ ਗਏ, ਠੀਕ ਹੈ, ਕਿਸਾਨਾਂ ਦੇ ਗੋਲੀਆਂ ਗੱਡੀਆਂ ਚੜਾ ਦੀਆਂ, ਦਰੜਤਾ ਖੱਟਰ ਸਰਕਾਰ ਨੇ ਕੀ ਨਹੀਂ ਕੀਤਾ, ਸਾਰਾ ਕੁਝ ਤੁਹਾਨੂੰ ਪਤਾ ਹੀ ਆ। ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ PM ਦੀ ਕੁਰਸੀ ਤੱਕ ਦਾ ਰਸਤਾ ਇੱਧਰ ਨੂੰ ਹੋ ਕੇ ਜਾਂਦਾ, ਯੂਪੀ ਵਾਲੇ ਪਾਸੇ ਨੂੰ ਹੋ ਕੇ ਜਾਂਦਾ, ਇਹ ਤਾਂ ਬਹੁਤ ਵੱਡੀ ਗੱਲ ਸੀ। ਦੇਖੋ ਸਵੇਰੇ ਸਵੇਰੇ ਆਹ 19 ਤਰੀਕ ਨੂੰ, ਆਹ ਨਵੰਬਰ ਨੂੰ ਸਵੇਰੇ ਸਵੇਰੇ ਸਾਰੇ ਦਫ਼ਤਰਾਂ 'ਚ ਫੋਨ ਜਾਂਦੇ ਆ, ਪ੍ਰੈਸ ਦੇ 'ਚ TV ਚੈਨਲਾਂ 'ਚ ਕਿ ਨਰਿੰਦਰ ਮੋਦੀ ਜੀ ਸੰਬੋਧਨ ਕਰਨਗੇ। 18 ਮਿੰਟ ਦਾ ਸੰਬੋਧਨ, ਉਹਦੇ ਵਿੱਚ ਸਾਰਾ ਕੁਛ ਚਲੋ ਜੋ ਉਹਨਾਂ ਨੇ ਬੋਲਿਆ ਠੀਕ ਹੈ। ਇੱਕ ਗੱਲ ਹੋਰ ਉਹਨਾਂ ਨੇ ਦੇਖੋ ਕੀਤੀ, ਜਿਹੜੀ ਉਹ ਮੈਂ ਇੱਥੇ ਵੈਸੇ ਹੀ ਕਰਨੀ ਚਾਹੁੰਦਾ, ਕਿ ਉਹ ਕਹਿੰਦੇ ਕਿ ਮੈਂ ਬਥੇਰਾ ਕੁਛ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਮਦਾਂ ਉਹਨਾਂ ਨੂੰ ਪਸੰਦ ਨਹੀਂ ਸੀ, ਉਹਨਾਂ ਨੂੰ ਬੈਠ ਕੇ ਗੱਲ ਕੀਤੀ ਗਈ ਕਿ ਤੈਨੂੰ ਸੋਧ ਕਰ ਦਿੰਦੇ। ਚਲੋ ਉਹ ਕਹਿੰਦੇ ਉਹ ਨਹੀਂ ਸਮਝੇ, ਮੈਂ ਮਾਫੀ ਚਾਹੁੰਦਾ ਕਿ ਅਸੀਂ ਸਮਝਾ ਨਹੀਂ ਸਕੇ। ਜੇ ਤੁਸੀਂ ਸਮਝਾ ਨਹੀਂ ਸਕੇ, ਤੁਸੀਂ ਬਣਾਇਆ ਕਿਉਂ ਸੀ ਕਾਨੂੰਨ? ਤੁਸੀਂ ਜੇ ਤੁਹਾਡੀ ਸਮਝ 'ਚ ਆਉਂਦਾ ਸੀ ਤੇ ਉਹਦੇ ਵਿੱਚ ਤਰੁੱਟੀਆਂ ਨੇ, ਫਿਰ ਇਹਦਾ ਮਤਲਬ ਤੁਸੀਂ ਉਸ ਪੇਸ਼ੇ ਨਾਲ ਨੇੜੇ ਤੇੜੇ ਦਾ ਸੰਬੰਧ ਵੀ ਨਹੀਂ ਤੁਹਾਡਾ। ਜੋ ਬੰਦਾ ਕੰਮ ਕਰ ਰਿਹਾ ਹੁੰਦਾ, ਅਗਰ ਉਹਦੇ ਵਿੱਚ ਐਕਸਪਰਟ ਹੁੰਦਾ ਤਾਂ ਕੋਈ ਨਾ ਕੋਈ ਵੈਸੇ ਹੀ ਕਮੀ ਰਹਿ ਜਾਂਦੀ, ਉਹਨੂੰ ਦੂਰ ਕਰ ਦਿੰਦਾ ਉੱਥੇ ਹੀ, ਇੱਕ ਦੂਜੀ ਸਲਾਹ ਲੈ ਕੇ। ਜਦੋਂ ਤੁਸੀਂ ਕਹਿੰਦੇ ਕਿ ਇੰਨੀਆਂ ਸੋਧਾਂ ਕਰ ਸਕਦੇ ਸੀ ਅਸੀਂ, ਤਾਂ ਇਹਦਾ ਮਤਲਬ ਸਾਫ਼ ਸੀ ਕਿ ਤੁਸੀਂ ਕਿਸਾਨਾਂ ਨੂੰ ਨਾ ਪੁੱਛਿਆ ਨਾ ਦੱਸਿਆ। ਜੇ ਜਿਹੜੇ ਤੁਸੀਂ ਬਾਅਦ 'ਚ ਕਿਸਾਨ ਖੜੇ ਕੀਤੇ ਆ ਉਹ ਸਭ ਜਾਲੀ ਸੀਗੇ। ਤੁਸੀਂ ਕਮੇਟੀਆਂ ਬਣਾਈਆਂ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਸੀ ਆਪਣੇ ਬੰਦੇ ਫਿੱਟ ਕਰੇ ਹੋਏ ਆ, ਕਿਸਾਨ ਇਹਨਾਂ ਦੇ ਝਾਂਸੇ 'ਚ ਨਹੀਂ ਆਏ, ਠੀਕ ਹੈ। ਪਰ ਇਹ ਕਹਿਣਾ ਕਿ ਮੈਂ ਸਮਝਾ ਨਹੀਂ ਸਕਿਆ, ਸਮਝਾ ਤਾਂ ਸਕਦੇ ਸੀ ਨਾ ਜੇ ਤੁਸੀਂ ਨਾ ਪ੍ਰੈਕਟੀਕਲੀ ਤੌਰ ਤੇ ਇਸ ਵਿੱਚ ਵਿਚਰੇ ਹੁੰਦੇ। ਨਾ ਤਾਂ ਤੁਹਾਨੂੰ ਕਾਨੂੰਨਾਂ ਦਾ ਪਤਾ ਸੀਗਾ ਤੇ ਨਾ ਹੀ ਤੁਹਾਨੂੰ ਖੇਤੀ ਦਾ, ਦੋਨੋਂ ਚੀਜ਼ਾਂ ਤੋਂ ਤੁਸੀਂ ਵਾਂਝੇ ਸੀਗੇ, ਇਸ ਕਰਕੇ ਤੁਸੀਂ ਸਮਝਾ ਨਹੀਂ ਸਕੇ। ਪਰ ਉਹ ਗੱਲ ਆਪਣੇ ਤੇ ਲਈ ਕਿ ਮੈਂ ਹੀ ਨਹੀਂ ਸਮਝਾ ਸਕਿਆ ਜੀ, ਯਾਨੀ ਕਿ ਦੇਸ਼ ਨੂੰ ਇੱਕ ਵਾਰ ਇਹ ਸੀਗਾ ਸਵੇਰੇ ਸਵੇਰੇ ਕਿ ਲੈ ਫੇਰ ਕੁਛ ਨਾ ਕੋਈ ਪੰਗਾ ਖੜਾ ਹੋਊਗਾ, ਇੱਕਦਮ ਆ ਗਿਆ ਪ੍ਰਧਾਨ ਮੰਤਰੀ। ਉਹ ਚੀਜ਼ ਉਹ ਚਲੋ ਹੋਈ, ਵਧੀਆ ਹੋਈ, ਦੇਰ ਆਏ ਦਰੁਸਤ ਆਏ ਵੀ ਆਪਾਂ ਕਹਿੰਦੇ ਠੀਕ ਕਿਹਾ ਜਾ ਸਕਦਾ। ਪਰ ਅਸਲ ਦੇ ਵਿੱਚ ਜਿਹੜਾ ਤੁਸੀਂ ਕਾਰਨ ਤੁਸੀਂ ਦੇਖਿਆ ਉਹ ਇਹੀ ਸੀਗਾ ਕਿ ਜਿਹੜਾ ਅੰਦੋਲਨ ਹੈ, ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਜਿਹੜਾ ਹੜ੍ਹ ਦਾ ਪਾਣੀ ਹੁੰਦਾ ਨਾ, ਉਹ ਐਂ ਸਭ ਕੁਛ ਹੁੰਦਾ ਜਾ ਰਿਹਾ ਹੁੰਦਾ, ਬਹੁਤਾਤ 'ਚ ਵੱਡਾ ਹੁੰਦਾ, ਉਹ ਜਿਵੇਂ ਆਪਣਾ ਖੇਤਰ ਵਿਸ਼ਾਲ ਕਰਦਾ ਜਾ ਰਿਹਾ ਹੁੰਦਾ, ਉਹ ਆਪਣਾ ਘੇਰਾ ਵਧਾਉਂਦਾ ਜਾਂਦਾ, ਤਾਂ ਉਹਨਾਂ ਨਾਲ ਮਲੀਆ ਮੇਟ ਕਰਦਾ ਚਲਾ ਜਾ ਰਿਹਾ ਹੁੰਦਾ। ਇਹ ਪੰਜਾਬ ਤੋਂ ਉੱਠਿਆ ਲੋਕਾਂ ਦਾ ਹੜ੍ਹ, ਇਹ ਥੋੜਾ ਹੁੰਦਾ ਹਰਿਆਣੇ ਦੇ ਵਿੱਚ ਨੂੰ ਹੁੰਦਾ ਯੂਪੀ ਤੱਕ ਪਹੁੰਚ ਗਿਆ, ਯੂਪੀ ਤੋਂ ਅੱਗੇ ਹੁਣ, ਠੀਕ ਹੈ। ਪੱਛਮੀ ਬੰਗਾਲ ਦੀ ਵੀ ਗੱਲ ਕੀਤੀ ਜਾਵੇ ਜੇ, ਉੱਥੇ ਵੀ ਇਹਨਾਂ ਨੇ ਦੇਖਿਆ ਨਤੀਜਾ ਤਾਂ ਸਾਹਮਣੇ ਹੈ। ਇੰਨੀਆਂ ਰੈਲੀਆਂ ਅਮਿਤ ਸ਼ਾਹ ਦੀਆਂ ਤੇ ਮੋਦੀ ਦੀਆਂ ਹੋਈਆਂ, ਤੇ ਉੱਥੇ ਵੀ ਹਾਰ ਦਾ ਮੂੰਹ ਦੇਖਣਾ ਪਿਆ। ਹਾਲਾਂਕਿ ਸਾਰੇ ਇਹਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਦੇ ਨੇ, ਪਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਦਾ ਪਤਾ ਹੁੰਦਾ ਕਿ ਸਾਡਾ ਤਾਂ ਜ਼ੋਰ ਲੱਗਿਆ ਪਿਆ ਜੀ, ਅਸੀਂ ਤਾਂ ਢਿੱਲ ਲਾਤਾ, ਅਸੀਂ ਫੇਰ ਨਹੀਂ ਸਰਕਾਰ ਬਣਾ ਸਕੇ। ਕੌਣ ਚਾਹੁੰਦਾ ਅਸੀਂ ਸਰਕਾਰ ਨਾ ਬਣਾਈਏ ਜਿੱਥੇ ਪ੍ਰਧਾਨ ਮੰਤਰੀ ਜਾ ਰਿਹਾ ਹੋਵੇ ਤੇ ਨਾ ਕਰੇ ਉਹ ਸਰਕਾਰ ਨਾ ਬਣੇ ਉੱਥੇ। ਤੇ ਪਰਮਿੰਦਰ ਜੀ ਇੱਕ ਹੋਰ ਹੈ, ਉਹ ਬੀਜੇਪੀ ਹਕੂਮਤ ਇਹ ਗੱਲ ਵੀ ਜਾਣਦੀ ਹੈ ਕਿ ਚਲੋ ਬੰਗਾਲ ਹਾਰ ਗਏ ਕੋਈ ਗੱਲ ਨਹੀਂ, ਜੇਕਰ ਯੂਪੀ ਹਾਰ ਗਏ ਫਿਰ ਸਾਡੇ ਪੱਲੇ ਰਹਿਣਾ ਕੱਖ ਨਹੀਂ। ਉਹ ਯੂਪੀ ਦਾ ਵੀ ਉਹੀ ਹੜ੍ਹ ਜਿਹੜਾ ਹੈਗਾ ਨਾ ਯੂਪੀ ਦੇ ਵਿੱਚ ਪਹੁੰਚ ਚੁੱਕਿਆ ਹੈ। ਬਿਲਕੁਲ। ਹੁਣ ਜਿਹੜਾ ਅੱਗੇ ਅੰਦੋਲਨ ਦੇ ਇੱਕ ਹਾਲੇ ਵੀ ਸ਼ੰਕਾ ਬਣੀ ਹੋਈ ਹੈ, ਜੇ ਸੰਸਦ ਦੇ ਵਿੱਚ ਇਹ ਹੁਣ ਜਦ ਤੱਕ ਸਰਦ ਰੁੱਤ ਅਜਲਾਸ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇਹ ਐਲਾਨ ਹੈ, ਇਹਦੇ ਤੇ ਵੀ ਸ਼ੰਕੇ ਨੇ ਹਾਲੇ ਤੱਕ। ਲੋਕ ਹਾਲੇ
ਠੀਕ ਹੈ, ਉਹ ਇੱਕ ਐਲਾਨ ਨਾਲ ਥੋੜਾ ਜਸ਼ਨ ਮਨਾ ਲਏ ਉਹਨਾਂ ਨੇ, ਪਰ ਪੱਕਾ ਕੋਈ ਨਹੀਂ ਕਰ ਰਿਹਾ ਵੀ ਪੱਕਾ ਕੁਝ ਨਹੀਂ ਹਲੇ ਅੰਦੋਲਨ ਦਾ ਬਰਕਰਾਰ ਰੱਖੋ। ਕਿਤੇ ਇੱਕਦਮ ਤੁਹਾਨੂੰ ਐਲਾਨ ਕਰਕੇ ਚਲਾ ਕੇ ਉਠਾ ਕੇ ਇੱਥੇ ਪਰੇ ਕਰਕੇ ਦੁਬਾਰਾ ਫੇਰ ਨਾ ਕੁਝ ਕੰਮ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿ ਤਾ ਕਿ ਸੰਸਦ ਦੇ ਵਿੱਚ ਵਾਪਸ ਹੋ ਜਾਣਗੇ, ਹੁਣ ਮੈਂ ਅਪੀਲ ਕਰਦਾ ਕਿ ਕਿਸਾਨ ਵਾਪਸ ਆ ਜਾਣ। ਤੇ ਦੂਜਾ ਸਵਾਲ ਪਰਮਿੰਦਰ ਜੀ, ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਜੇ ਵੀ ਸ਼ੰਕੇ ਖੜੇ ਨੇ ਪ੍ਰਧਾਨ ਮੰਤਰੀ ਦੇ ਬਿਆਨ ਤੇ, ਫਿਰ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਦੀ ਛਵੀ ਤਾਂ ਇੱਕ ਝੂਠੇ ਪ੍ਰਧਾਨ ਮੰਤਰੀ ਦੀ ਹੋਈ ਨਾ, ਕਿ ਲੋਕ ਵਿਸ਼ਵਾਸ ਨਹੀਂ ਕਰ ਰਹੇ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਆਪਣਾ ਕਰੈਕਟਰ ਘੜ ਲਿਆ ਕਿ ਲੋਕ ਵਿਸ਼ਵਾਸ ਤੱਕ ਨਾ ਕਰਨ। ਨੀਤੀਆਂ ਉਹਦਾ ਦੀ ਇਦਾਂ ਦੀਆਂ ਹੋ ਗਈਆਂ ਨਾ, ਨੀਤੀਆਂ ਇਦਾਂ ਦੀਆਂ ਹੋਈਆਂ। ਜਿਹੜੇ ਸਵਾਮੀਨਾਥਨ ਰਿਪੋਰਟ ਦੇ ਵਾਅਦੇ ਨਾਲ ਸਰਕਾਰ ਬਣੀ ਸੀ, ਕਿਸਾਨਾਂ ਤੋਂ ਵੋਟ ਲਈ ਸੀ, ਉਹ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੇ ਲਈ ਇਹ ਕਿਸਾਨ ਮੰਗ ਕਰਦੇ ਨੇ। ਬੀਜੇਪੀ ਨੇ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਅਸੀਂ ਲਾਗੂ ਕਰ ਦਾਂਗੇ। ਉਹ ਕਿੱਥੇ ਹੈ? ਪੈਟਰੋਲ ਦੇ ਉੱਤੇ, ਗੈਸ ਦੇ ਸਿਲੰਡਰ ਦੇ ਉੱਤੇ ਕਿਵੇਂ ਮਹਿਲਾ ਆਗੂ ਜਿਹੜੀਆਂ ਬੀਬੀਆਂ ਨੇ ਬੀਜੇਪੀ ਦੇ ਵਿੱਚ, ਉਹ ਵੀ ਗਿੱਧਾ ਪਾਉਂਦੀਆਂ ਸੀ, ਚੂੜੀਆਂ ਪੇਸ਼ ਕਰਦੀਆਂ ਸੀ, ਖਾਲੀ ਸਿਲੰਡਰ ਸਿਰ ਤੇ ਰੱਖ ਕੇ ਲੈ ਕੇ ਆਉਂਦੇ ਸੀ, ਲੈਂਦੇ ਸੀਗੇ। ਕੋਈ ਨੰਗੇ ਧਾੜਾ ਨੀਲ ਵਿੱਚ ਵਰਗੇ, ਬਿਲਕੁਲ ਹੈ ਨਾ, ਬੀਜੇਪੀ ਦੇ ਕਿੱਡਾ ਵਾਅਦੇ ਕੀ ਕੀਤੇ ਸੀ, ਕਿਆ ਆਪਕੋ ਚਾਹੀਏ, ਕਿਆ ਏਦਾਂ ਬੋਲਦੇ ਸੀਗੇ। ਬਾਬਾ ਰਾਮਦੇਵ ਵਰਗੇ ਵੀ ਬੋਲੇ ਨਾ। ਤੇ ਉਹ ਵਾਅਦੇ ਕਿੱਥੇ ਗਏ? ਕਿਹੜੀ ਮਹਿੰਗਾਈ ਘਟ ਗਈ? ਸਿਲੰਡਰ ਘਟ ਗਿਆ, ਪੈਟਰੋਲ ਡੀਜ਼ਲ ਘਟਿਆ। ਕਹਿੰਦੇ ਸੀ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਏਦਾਂ ਰੁਪਈਆ ਨੂੰ ਅਸੀਂ ਮਜ਼ਬੂਤ ਕਰ ਦਾਂਗੇ, ਕਿੱਥੇ ਹੈ? ਇਹ ਸਾਰੀਆਂ ਚੀਜ਼ਾਂ, ਉਹ ਨੀਤੀਆਂ ਦੇਖੀਆਂ ਨੇ ਲੋਕਾਂ ਨੇ, ਕਾਨੂੰਨ ਬਣਾਤੇ ਕਾਲੇ, ਉਹਨਾਂ ਨੂੰ ਰੱਦ ਕਰਨ ਦੇ ਲਈ ਇੰਨਾ ਸਮਾਂ, ਇੰਨੀਆਂ ਜਾਨਾਂ ਲੈ ਲਈਆਂ, ਬਲੀ ਲੈ ਲਈ ਉਹਨਾਂ ਦੀ, ਹੈ ਨਾ, ਕੁਰਬਾਨੀ ਦੇ ਗਏ ਉਹ। ਤੇ ਉਹ ਚੀਜ਼ਾਂ ਨੂੰ ਦੇਖ ਕੇ ਹੀ ਛਵੀ ਖਰਾਬ ਹੋਈ ਹੈ। ਉਹਨਾਂ ਲੋਕਾਂ ਨੇ ਜਾਂਚਿਆ ਪਰਖਿਆ ਤਾਂ ਹੀ ਹੈ। ਪ੍ਰਧਾਨ ਮੰਤਰੀ ਨੇ ਤਾਂ ਇਹ ਤੱਕ ਵੀ ਕਹਿ ਦਿੱਤਾ ਸੀ, ਜਿਵੇਂ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਕੀਤੀ, ਇਹਨਾਂ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਕਿ ਅਸੀਂ ਲਾਗੂ ਨਹੀਂ ਕਰ ਸਕਦੇ ਇਕਨੋਮੀ ਕਰਕੇ। ਤੇ ਉਸ ਤੋਂ ਬਾਅਦ ਕਿਹਾ ਸੀ ਕਿ 15 ਲੱਖ ਖਾਤਿਆਂ 'ਚ ਆਊਗਾ। ਉਦੋਂ ਕਹਿੰਦੇ ਸੀ ਅਸੀਂ ਲੈ ਕੇ ਆਵਾਂਗੇ, ਜਦੋਂ ਹੁਣ ਸਵਾਲ ਹੁੰਦੇ ਨੇ ਉਦੋਂ ਐਂ ਕਹਿੰਦੇ ਨੇ ਕਿ ਅਸੀਂ ਐਂ ਕਿਹਾ ਸੀ ਜੇਕਰ ਆ ਜੇ ਤਾਂ ਫਿਰ 15 ਲੱਖ ਆਊਗਾ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਗੱਲੇ ਨਿਬੇੜ ਦਿੱਤੀ ਕਿ ਇਹ ਚੁਣਾਵੀ ਜੁਮਲਾ ਥਾ। ਉਹੀ ਗੱਲ ਹੈ, ਉਸੇ ਕਰਕੇ ਛਵੀ ਖਰਾਬ ਹੋਈ ਹੈ। ਆਰਥਿਕਤਾ ਦੀ ਗੱਲ ਕਰਦੇ ਹੋ, 100 ਦਿਨਾਂ ਦੇ ਵਿੱਚ ਕਾਲਾ ਧਨ ਵਾਪਸੀ ਦੀ ਗੱਲ ਕਰਦੇ ਸੀਗੇ। ਕਿਹੜਾ ਕਿੱਥੇ ਕਾਲਾ ਧਨ ਕਿੱਥੇ ਹੈ? ਕਿਸੇ ਨੇ ਦੱਸਿਆ ਤੱਕ ਨਹੀਂ ਵੀ ਫਲਾਣੇ ਦੇ ਖਾਤੇ 'ਚ ਇੱਥੇ, ਕਿਹਨੂੰ ਨਹੀਂ ਪਤਾ? ਸਰਕਾਰ ਦਾ ਹੁਣ ਇਹਨਾਂ ਦੀ ਹੈ। ਜਿਹਨਾਂ ਨੂੰ ਲੱਗਦਾ ਸੀ ਕਾਂਗਰਸੀ ਨੇ ਫੜ ਕੇ ਕਿਉਂ ਨਹੀਂ ਉਹਨਾਂ ਤੋਂ ਕਾਲਾ ਧਨ ਕਢਾਇਆ ਹੁਣ ਤੱਕ। ਤੇ ਆਰਥਿਕਤਾ ਕਿੰਨੀ ਕੁ ਆਰਥਿਕਤਾ ਡਾਵਾਂਡੋਲ ਹੋ ਜਾਂਦੀ, 5 ਤੋਂ 10 ਲੱਖ ਕਰੋੜ ਦਾ ਬੋਝ ਪੈਣਾ ਸੀਗਾ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਹੈ ਤਾਂ। ਕਿੰਨਾ ਕੁ ਸੀਗਾ? ਹੁਣ ਕੀ ਹੈ? ਹੁਣ ਆਰਥਿਕਤਾ ਜਿਹੜੀ ਮੈਂ ਪੜ੍ਹ ਰਿਹਾ ਸੀਗਾ, ਤੇ ਜਿਹੜੀ ਦੇਸ਼ ਦੀ ਖੇਤੀਬਾੜੀ ਦੀ ਆਰਥਿਕਤਾ ਜਿਹੜੀ ਹੈ ਉਹਨੂੰ ਦੁੱਗਣੇ ਤੋਂ ਤਿੱਗਣੇ ਚੌਗਣੇ ਲੋਕ ਜਿਹੜੇ ਹੈਗੇ ਉਹਦੇ ਤੇ ਨਿਰਭਰ ਕਰ ਰਹੇ ਨੇ। ਬਿਲਕੁਲ ਠੀਕ ਹੈ। ਦੇਸ਼ ਦੀ ਵਿਵਸਥਾ, ਦੇਸ਼ ਦੀ ਜਿਹੜੀ ਖੇਤੀ ਦੀ ਵਿਵਸਥਾ ਹੈ ਉਹਨੂੰ 2 ਤੋਂ 2.5 ਤੋਂ 3 ਕਰੋੜ ਲੋਕ ਸੰਭਾਲ ਸਕਦੇ ਆ, ਪਰ ਹੁਣ 10 ਤੋਂ 12 ਕਰੋੜ ਹੈ ਜੇ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਤੇ ਨਿਰਭਰ ਕਰ ਰਹੇ ਨੇ। ਕੀ ਹਾਲਤ ਹੈ ਇਹਨਾਂ ਕਰਦੇ ਨੇ? ਬਿਲਕੁਲ ਹਾਲਾਤ ਤਾਂ ਕੁਛ ਨਹੀਂ ਨਾ ਹੈਗੇ, ਇੰਨੇ ਕੁ ਮਾੜੇ ਨੇ। ਤੇ ਉਸੇ ਨੂੰ ਲੈ ਕੇ ਇਹ ਕਾਲੇ ਕਾਨੂੰਨ ਬਣਾ ਰਹੇ ਨੇ। ਉਹਨੂੰ ਸੰਭਾਲਣ ਦੀ ਉਹਦੇ ਤੇ ਘੱਟੋ ਘੱਟ ਜਿਹੜਾ ਉਹ ਖਰਚ ਹੈ, ਉਹਦੀ ਸਮਰਥਨ ਮੁੱਲ ਤੈਅ ਕਰਨ ਦੀ, ਇਹ ਤਾਂ ਨਹੀਂ ਕਰਦੇ ਕਿਸਾਨ। ਇਹ ਤਾਂ ਨਹੀਂ ਕਹਿੰਦੇ ਕਿ ਸਾਡੀ ਸਾਰੀ ਫਸਲ ਸਰਕਾਰ ਹੀ ਖਰੀਦੇ। ਉਹ ਤਾਂ ਕਹਿੰਦੇ ਵੀ ਸਾਡਾ ਜਿਹੜਾ ਖਰਚ ਹੈ ਉਹਦੇ ਤੇ ਥੋੜਾ ਬਹੁਤਾ ਲਾਭ ਦੇ ਕੇ ਸਾਨੂੰ ਘੱਟੋ ਘੱਟ ਸਮਰਥਨ ਮੁੱਲ ਤਾਂ ਤੈਅ ਕਰ ਦਿਓ, ਕੋਈ ਖਰੀਦੇ, ਕਿਸੇ ਤਰ੍ਹਾਂ ਖਰੀਦੇ। ਉਹ ਹੀ ਨਹੀਂ ਕਰ ਸਕੇ। ਇੰਨੇ ਸਾਲ ਹੋ ਗਏ, ਕਿਹੜੀ ਪਾਰਟੀ ਨੇ ਕਰਤਾ? ਕਿਹਦੀ ਨਹੀਂ ਸਰਕਾਰ ਬਣੀ? ਹਾਂ ਬਿਲਕੁਲ। ਜਦੋਂ ਪਰਮਿੰਦਰ ਜੀ ਕਿਸਾਨੀ ਅੰਦੋਲਨ ਇਹ ਸ਼ੁਰੂ ਹੋਇਆ ਸੀ, ਪੰਜਾਬ ਦੇ ਕਿਸਾਨ ਰੇਲਵੇ ਲਾਈਨ ਤੇ ਬੈਠੇ ਸੀ, ਉਦੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਨਹੀਂ ਸੀ। ਉਦੋਂ ਕੀ ਸੀ ਕਿ MSP ਨੂੰ ਕਾਨੂੰਨ ਬਣਾ ਦਿਓ। ਹੁਣ ਵੀ ਜੇਕਰ ਤੁਸੀਂ 3 ਕਾਨੂੰਨ ਲੈ ਕੇ ਆਉਣੇ ਸੀ, ਤੁਸੀਂ 3 ਕਾਨੂੰਨ ਲੈ ਕੇ ਆਉਣ ਤੋਂ ਪਹਿਲਾਂ MSP ਨੂੰ ਕਾਨੂੰਨ ਬਣਾ ਦਿੰਦੇ ਕਿ ਵਪਾਰੀ ਕੋਈ ਵੀ ਖਰੀਦੇ, ਜੇਕਰ MSP ਤੋਂ ਘੱਟ ਖਰੀਦੂਗਾ ਉਹਨੂੰ ਫੜ ਕੇ ਅੰਦਰ ਦੇਵਾਂਗੇ। ਬਿਲਕੁਲ ਵਿਧਾਨਕ ਤੌਰ ਤੇ ਉਹਨੂੰ ਇੱਕ ਦਰਜਾ ਦੇ ਦਿੰਦੇ ਨਾ। ਵਿਧਾਨਕ ਤੌਰ ਤੇ ਉਹਨੂੰ ਮੰਗ ਨੂੰ ਮੁੱਖ ਰੱਖ ਲੈਂਦੇ ਵੀ ਆਹ ਠੀਕ ਹੋਣੀ ਚਾਹੀਦੀ ਹੈ, ਵਿਧਾਨਕ ਤੌਰ ਤੇ ਹੈ, ਪਾਸ ਕਰਤੀ ਹੈ। ਉਹੀ ਨਹੀਂ ਕਰ ਪਾਏ। ਕਿਸਾਨਾਂ ਦੇ ਕਹਿੰਦੇ ਪੱਖ ਦੀ ਗੱਲ ਹੈ, ਕਿਸਾਨਾਂ ਦਾ ਫਾਇਦਾ, ਆਮਦਨ ਦੁੱਗਣੀ ਤਿੱਗਣੀ ਹੋਊਗੀ, ਜਿਹੜੀ ਮੰਗ ਰਹੇ ਨੇ ਉਹ ਤਾਂ ਦੇ ਦਿਓ। ਉੱਤੋਂ ਤੁਸੀਂ ਐਂ ਕਰਤਾ ਕਿ ਕਿਸਾਨ ਕੋਰਟ 'ਚ ਨਹੀਂ ਜਾ ਸਕਦਾ। ਮਤਲਬ ਕਹਿਣ ਦਾ ਭਾਵ ਇਹ ਸਾਰਾ ਕੁਝ ਮੜੀਆ ਮੇਟ ਕਰਨ ਵਾਸਤੇ ਹੀ ਛਵੀ ਖਰਾਬ ਕਰਕੇ ਆਪਣੀ ਬੈਠ ਕੇ ਕੋਈ ਇੱਕ ਮਸਲਾ ਦੱਸ ਦੇਣ। ਜਿਹੜੇ ਅੰਨੇ ਭਗਤ ਬਣੇ ਹੁੰਦੇ ਨੇ, ਜਿਹੜੇ ਨਾਰੇ ਲਾਉਣ ਲਈ ਰੱਖੇ ਹੁੰਦੇ ਨੇ, ਮੂਹਰੇ ਕਰੇ ਹੁੰਦੇ ਨੇ, ਉਹ ਦੱਸ ਦੇਣ ਆ ਕੇ ਕਿ ਆਹ ਦੇਖੋ ਇਹ ਮਸਲਾ ਏਦਾਂ ਸੋਲਵ ਕੀਤਾ। ਬਿਲਕੁਲ। ਇੱਕ ਸਿਰ ਵੱਢਿਆ 100 ਸਿਰ ਲੈ ਕੇ ਆਵਾਂਗੇ, ਠੀਕ ਹੈ।
ਉੱਥੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦਾ ਮਸਲਾ ਸੀ, ਠੀਕ ਹੈ। ਉਸ ਤੋਂ ਬਾਅਦ ਕੀ ਅੱਤਵਾਦੀ ਹਮਲੇ ਨਹੀਂ ਹੋਏ? ਕੀ ਹੋ ਰਿਹਾ ਹੁਣ ਉੱਥੇ? ਬਿਲਕੁਲ। ਕਿਹੜੀ, ਚਲੋ ਉਹ ਛੱਡੋ, ਤੁਸੀਂ ਜੰਮੂ ਕਸ਼ਮੀਰ ਛੱਡੋ, ਹੁਣ ਪਿੱਛੇ ਜੇ ਨਕਸਲੀਆਂ ਦੀ ਜਿਹੜਾ ਮਾਰਿਆ, ਇੱਕ ਫੌਜ ਦਾ ਕਮਾਂਡਰ ਮਾਰਿਆ ਜਿਹੜਾ, ਤੇ ਉਹ ਪਰਿਵਾਰ ਸਮੇਤ, ਉਹ ਕੀ ਹੈ? ਤੁਸੀਂ ਦੇਸ਼ ਦੇ ਵਿੱਚ ਅਰਥ ਵਿਵਸਥਾ ਨਹੀਂ, ਸੁਰੱਖਿਆ ਵੀ ਜਿਹੜੀ ਹੈਗੀ ਹੈ ਉਹ ਵੀ ਡਾਵਾਡੋਲ ਹੈ। ਹੋਰ ਜਿਹੜੀ ਤੁਸੀਂ ਗੱਲ ਕਰਦੇ ਸੀ, ਇੱਕ ਮੇਰੇ ਚੇਤੇ ਹੈਗੀ ਕਿ ਅੰਦੋਲਨ ਨੂੰ ਘਰ ਭੇਜਣ ਦੀ ਗੱਲ ਕਰਦੇ ਆ, ਪ੍ਰਧਾਨ ਮੰਤਰੀ ਵੀ ਕਹਿੰਦਾ ਆਪਣੇ ਆਪਣੇ ਘਰੋਂ ਕੋ ਜਾਈਏ, ਵਿੱਤ ਖੇਤੀਬਾੜੀ ਮੰਤਰੀ ਵੀ ਇਹੀ ਕਹਿ ਰਹੇ, ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਇਹੀ ਹੈ, ਹੋਰ ਵੀ ਜਿਹੜੇ ਇਹਨਾਂ ਦੇ ਬੀਜੇਪੀ ਦੇ ਨੇ ਉਹ ਕਹਿੰਦੇ ਨੇ ਘਰਾਂ ਨੂੰ ਜਾਓ, ਘਰਾਂ ਨੂੰ ਹੁਣੀ ਚਲੇ ਜਾਓ। ਬਿਲਕੁਲ। ਤੁਸੀਂ ਦੇਖੋ ਕਿ ਪਰਮਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇਕਰ ਤੁਹਾਨੂੰ ਇੰਨੀ ਉਹ ਕਾਹਲ ਹੈ ਕਿ ਕਿਸਾਨ ਘਰਾਂ ਨੂੰ ਚਲੇ ਜਾਣ, ਤੁਸੀਂ ਕਿਹੜਾ ਇਹ ਪਾਰਲੀਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਪਾਸ ਕੀਤੇ ਸੀ, ਤੁਸੀਂ ਆਰਡੀਨੈਂਸ ਲੈ ਕੇ ਆਏ ਸੀ, ਹੁਣ ਵੀ ਤੁਸੀਂ ਇੱਕ ਆਰਡੀਨੈਂਸ ਲੈ ਕੇ ਆਉਂਦੇ, ਆ ਰੱਦ ਕਰਤੇ, ਨਾਲ ਦੀ ਨਾਲ ਕਰ ਦਿੰਦੇ, ਨਾਲ ਦੀ ਨਾਲ ਕਰ ਦੋ। ਇੱਕ ਦਫਾ ਹੋਰ ਵੀ ਬਣਿਆ ਗੁਰਜਿੰਦਰ ਜੀ, ਇਹਨਾਂ ਦੇ ਉਹ ਬਣਿਆ ਜਿਹੜਾ ਸੁਪਰੀਮ ਕੋਰਟ ਕਿਸਾਨਾਂ ਦੇ ਪੱਖ 'ਚ ਖੜਨ ਲੱਗੀ, ਚਾਹੇ ਸੜਕਾਂ ਬੰਦ ਕਰਨ ਦੇ ਉਹਦੇ 'ਚ ਆਈ ਮਾਮਲੇ 'ਚ, ਉੱਥੇ ਫੇਲ ਹੋਏ, ਉਹਨਾਂ ਨੂੰ ਪੁਲਿਸ ਦੇ ਬੈਰੀਕੇਡ ਆਪਦੇ ਲਾਏ ਹੋਏ ਸੀਗੇ, ਸੜਕਾਂ ਉਹਨਾਂ ਨੇ ਬੰਦ ਕੀਤੀਆਂ, ਕਿਸਾਨਾਂ ਨੂੰ ਭੰਡ ਰਹੇ ਸੀਗੇ। ਤੇ ਦੂਜਾ ਪਰਾਲੀ ਫੂਕਣ ਦਾ ਮਾਮਲਾ, ਹੋਇਆ, ਪਰਚੇ ਦਰਜ ਦੇ ਦੋ ਪ੍ਰਦੂਸ਼ਣ ਫੈਲਾਉਣ ਦੇ ਵੀ, ਉਹਨਾਂ ਨੇ ਕਹਿਣ ਲੱਗੇ ਕਿ ਹੋਟਲਾਂ ਦੇ ਵਿੱਚ ਬੈਠ ਕੇ ਤੁਸੀਂ ਕਿਸਾਨਾਂ ਨੂੰ, ਤੁਸੀਂ ਰੁਝੇਵਾਂ ਬਣ ਗਿਆ ਤੁਹਾਡਾ ਵੀ ਉਹਨਾਂ ਨੂੰ ਨਿੰਦਣਾ ਜਾਂ ਉਹਨਾਂ ਨੂੰ ਦੋਸ਼ ਦੇਣਾ। ਉਹ ਇਹ ਵੀ ਦੇਖਣਾ ਬਣ ਗਿਆ ਕਿ ਕੋਰਟਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਸੱਚਾਈ ਵਾਲੇ ਪਾਸੇ ਤੁਰ ਪਈਆਂ, ਕਿਸਾਨਾਂ ਦਾ ਪੱਖ ਲੈਣ ਲੱਗ ਗਈਆਂ, ਉਹ ਵੀ ਇੱਕ ਦਬਾਅ ਬਣਿਆ ਜ਼ਰੂਰ। ਜਦੋਂ ਕੋਈ ਰਾਹ ਨਹੀਂ ਬਚਿਆ ਉਦੋਂ ਕਾਨੂੰਨ ਵਾਪਸ ਹੋਏ ਨੇ। ਬਿਲਕੁਲ ਜੀ। ਹਾਂ, ਤੇ ਪਰਮਿੰਦਰ ਜੀ ਹੁਣ ਜਾਂਦੇ ਜਾਂਦੇ, ਵੈਸੇ ਤਾਂ ਇਹੋ ਜਿਹੇ ਲੋਕਾਂ ਦੀ ਗੱਲ ਕਰਨੀ ਬਣਦੀ ਨਹੀਂ, ਕਿਉਂਕਿ ਜਦੋਂ ਇਹ ਲਾਈਮਲਾਈਟ 'ਚ ਰਹਿਣ ਦੇ ਲਈ ਤਾਂ ਇਹ ਬਿਆਨ ਦਿੰਦੇ ਨੇ, ਪਰ ਜਾਂਦੇ ਜਾਂਦੇ ਕਿ ਕੰਗਣਾ ਰਣੌਤ ਨੇ ਜੋ ਕਿਸਾਨਾਂ ਬਾਰੇ ਕਿਹਾ ਉਹ ਸਭ ਤੁਹਾਡੇ ਸਾਹਮਣੇ, ਲਗਾਤਾਰ ਉਹ ਬਿਆਨਬਾਜ਼ੀਆਂ ਕਰ ਰਹੀ ਸੀ, ਤੇ ਇਹੋ ਜਿਹੇ ਲੋਕ ਹੁੰਦੇ ਜੋ ਲੀਡਰਾਂ ਦੀਆਂ ਚੱਪਲਾਂ ਚੱਟ ਕੇ ਇਨਾਮ ਵੀ ਲੈ ਜਾਂਦੇ ਨੇ, ਤੇ ਹੁਣ ਫਿਰ ਉਹਨਾਂ ਨੇ ਕਾਨੂੰਨ ਰੱਦ ਹੋਣ ਤੇ ਆਪਣੀ ਬਿਆਨਬਾਜ਼ੀ ਕੀਤੀ ਹੈ। ਬੜਾ ਮੈਂ ਕਹਿ ਲਓ ਕਿ ਮੰਦਭਾਗਾ ਹੈ, ਇਹਨੂੰ ਆਪਾਂ ਇੱਦਾਂ ਕਹਿ ਨਹੀਂ ਸਕਦੇ ਕਿ ਇੱਕ ਸਮਝਦਾਰ ਬੰਦੇ ਦਾ ਬਿਆਨ ਕਹਿ ਹੀ ਨਹੀਂ ਸਕਦੇ। ਲੱਗਦਾ ਤਾਂ ਇਹੀ ਹੈ ਕਿ ਕੰਗਣਾ ਰਣੌਤ ਵਰਗੇ ਜਿਹੜੇ ਇੱਦਾਂ ਦੇ ਮਨੁੱਖ ਹੁੰਦੇ ਨੇ, ਇਨਸਾਨ ਹੁੰਦੇ ਨੇ, ਉਹਨਾਂ ਨੂੰ ਆਪੇ ਦਾ ਹੀ ਨਹੀਂ ਪਤਾ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੇਸ਼ ਕੀ ਚੀਜ਼ ਮੰਗਦਾ ਹੈ, ਜਾਂ ਦੇਸ਼ ਦੇ ਲੋਕ ਕਿੱਥੇ ਖੜੇ ਨੇ, ਜਾਂ ਉਹਨਾਂ ਦੇ ਲਈ ਕੀ ਚੀਜ਼ਾਂ ਜ਼ਰੂਰਤਮੰਦ ਨੇ। ਉਹਨਾਂ ਨੇ ਆਪਣਾ ਦੇਖਣਾ ਹੁੰਦਾ ਕਿ ਸਾਨੂੰ ਚਾਪਲੂਸੀ ਕਿੰਨੀ ਕੁ ਕਰੀਏ ਕਿ ਕਿਤੇ ਰਾਜ ਸਭਾ ਦੀ ਮੈਂਬਰਸ਼ਿਪ ਮਿਲ ਜੇ, ਅਸੀਂ ਉੱਧਰ ਜਾ ਕੇ ਬਹਿ ਜਾਈਏ, ਆਰਾਮ ਨਾਲ ਟਾਈਮ ਪਾਸ ਹੋਵੇ, ਜਿਵੇਂ ਬਹੁਤ ਸਾਰੇ ਐਕਟਰ ਨੇ। ਬਿਲਕੁਲ। ਅਨੁਪਮ ਖੈਰ ਦੀ ਉਦਾਹਰਨ ਸਾਡੇ ਸਾਹਮਣੇ, ਆਪਾਂ ਨਾਮ ਲੈ ਕੇ ਗੱਲ ਕਰਾਂਗੇ ਜੀ। ਨਹੀਂ, ਹੇਮਾ ਮਾਲਿਨੀ ਵਰਗੇ, ਬਿਲਕੁਲ ਰੇਖਾ ਵਰਗੇ ਨੇ, ਬਥੇਰੀਆਂ ਦੇ ਐਕਟਰਸ ਨੇ, ਜਿਹੜੇ ਬਥੇਰੇ ਐਕਟਰ ਨੇ ਜਿਹੜੇ ਇੱਦਾਂ ਬੈਠੇ ਨੇ ਬਿਨਾਂ ਗੱਲ ਤੋਂ, ਜਿਨ੍ਹਾਂ ਨੇ ਹਾਜ਼ਰੀ ਤੱਕ ਨਹੀਂ ਲਵਾਈ, ਜਾਂ ਜਿਨ੍ਹਾਂ ਦੀ ਨਾ ਮਾਤਰ ਹਾਜ਼ਰੀ ਹੁੰਦੀ ਹੈ, ਉਹਨਾਂ ਨੂੰ ਸਹੂਲਤਾਂ ਦੇਈ ਜਾਂਦੇ ਨੇ। ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜੇ ਵਾਜਬ ਲੋਕ ਨੇ, ਜਿਹੜੇ ਯੋਗ ਲੋਕ ਨੇ, ਉਹ ਪਿੱਛੇ ਰਹਿ ਜਾਂਦੇ ਨੇ। ਇਸ ਤਰ੍ਹਾਂ ਦੇ ਲੋਕ ਚਾਪਲੂਸੀਆਂ ਕਰਕੇ ਅੱਗੇ ਆਉਣ ਨੂੰ ਫਿਰਦੇ ਨੇ। ਪਰ ਕਈ ਵਾਰ ਉਹਨਾਂ ਦਾ ਕਹਿਣ ਦਾ, ਉਹਦਾ ਕਹਿਣਾ ਕਹਿੰਦੇ ਵੀ ਹੁਣ ਬੜਾ ਸ਼ਰਮਨਾਕ ਹੈ ਜੀ, ਯਾਨੀ ਕਿ ਪ੍ਰਧਾਨ ਮੰਤਰੀ ਦਾ ਫੈਸਲਾ ਸ਼ਰਮਨਾਕ ਹੈ। ਜੇ ਇਸ ਫੈਸਲੇ ਤੋਂ ਜਿਹੜਾ ਪਹਿਲਾਂ ਪ੍ਰਧਾਨ ਮੰਤਰੀ ਨੇ ਫੈਸਲਾ ਲਿਆ ਸੀ ਕਿ ਕਾਨੂੰਨ ਲਾਗੂ ਹੋਣਗੇ, ਆਰਡੀਨੈਂਸ ਲਿਆ ਕੇ, ਬਿੱਲ ਬਣਾ ਕੇ, ਕਾਨੂੰਨ ਬਣਾ ਕੇ ਲਾਗੂ ਕਰਨ ਦਾ ਫੈਸਲਾ ਲੈ ਲਿਆ ਸੀ, ਜੇ ਉਸ ਨੂੰ ਕੋਈ ਆਮ ਬੰਦਾ ਕਹਿੰਦਾ ਕਿ ਬੜਾ ਸ਼ਰਮਨਾਕ ਫੈਸਲਾ ਪ੍ਰਧਾਨ ਮੰਤਰੀ ਨੇ ਇੱਦਾਂ ਕਿਸਾਨਾਂ ਦਾ ਗਲਾ ਘੁੱਟਤਾ, ਉੱਤੇ ਲਾ ਕੇ ਦੇਸ਼ ਧਰੋਹ ਦੀ ਧਾਰਾ ਅੰਦਰ ਕਰ ਦਿੰਦੇ। ਤੁਸੀਂ ਪਰਮਿੰਦਰ ਜੀ ਕਿ ਬਿਆਨ ਦੇ ਅਰਥ ਹੋਰ ਦੇਖੋ ਕੰਗਣਾ ਦੇ, ਇਹ ਜਿਵੇਂ ਓਪਨਿੰਗ 'ਚ ਜ਼ਿਕਰ ਕੀਤਾ ਸੀ ਕਿ ਵੰਡਣਾ, ਇਹ ਪਹਿਲਾਂ ਹੀ ਵੰਡ ਕੇ ਦੇਖਦੇ ਆ। ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਗੱਲ ਸੀ ਕਿ ਇੱਕ ਤਾਂ ਸਾਡੀ ਧਿਰ ਹੈ, ਇੱਕ ਸਾਡੇ ਤੋਂ ਬੇਗਾਨੀ ਧਿਰ ਹੈ ਜੋ ਸਾਡਾ ਵਿਰੋਧ ਕਰ ਰਹੀ ਹੈ। ਜਦੋਂ ਉਹਨਾਂ ਦੇ ਪੱਖ 'ਚ ਫੈਸਲਾ ਲਿਆ ਗਿਆ, ਇਹ ਸੋਚਦੇ ਕਿ ਵੀ ਅਸੀਂ ਝੁਕ ਗਏ, ਉਹਨਾਂ ਸਾਹਮਣੇ ਅਸੀਂ ਝੁਕਣਾ ਨਹੀਂ ਸੀ, ਯਾਨੀ ਕਿ ਇਹ ਪਹਿਲਾਂ ਹੀ ਵੰਡ ਕੇ ਦੇਖਦੇ ਆ ਨਾ, ਪਹਿਲਾਂ ਹੀ ਵੰਡ ਕੇ ਦੇਖਦੇ ਨੇ। ਔਰ ਇਹ ਕਹਿਣਾ ਕਿ ਹੁਣ ਸੜਕਾਂ 'ਤੇ ਬੈਠ ਕੇ ਲੋਕ ਕਾਨੂੰਨ ਬਣਾਉਣਗੇ, ਉਹਨੂੰ ਬੀਬੀ ਨੂੰ ਇਹੀ ਨਹੀਂ ਪਤਾ ਕਿ ਲੋਕਤੰਤਰ ਹੁੰਦਾ ਕੀ ਹੈ। ਬਿਲਕੁਲ, ਲੋਕਤੰਤਰ ਲੋਕਾਂ ਲਈ ਹੁੰਦਾ ਹੈ, ਕਾਨੂੰਨ ਲੋਕਾਂ ਲਈ ਹੁੰਦੇ ਨੇ, ਲੋਕ ਕਾਨੂੰਨਾਂ ਲਈ ਨਹੀਂ ਹੁੰਦੇ। ਜਿੱਥੇ ਸਹੂਲਤ ਲਈ ਬਣੇ ਹੋਏ ਨੇ ਕਾਨੂੰਨ, ਉਹਨੂੰ ਪਤਾ ਹੀ ਕੱਖ ਨਹੀਂ, ਉਹਨੂੰ ਮੈਨੂੰ ਤਾਂ ਲੱਗਦਾ ਨਾ ਸਮਝ ਆ ਉਹਨੂੰ, ਨਾ ਤਾਂ ਉਹਨੂੰ ਰਾਜਨੀਤੀ ਦਾ ਪਤਾ। ਹਾਂ, ਇਹ ਹੈ, ਹੋ ਸਕਦਾ ਕਿ ਕਿਤੇ ਨਾ ਕਿਤੇ ਕੋਈ ਫਿਲਮ ਵਗੈਰਾ ਨਹੀਂ ਚੱਲੀ ਹੋਊ, 2 ਸਾਲ ਹੋ ਗਏ, ਕੋਈ ਫਿਲਮ ਵਗੈਰਾ ਨਾ ਹੋਵੇ, ਜਾਂ ਕੰਮ ਨਾ ਹੋਵੇ, ਘਾਟ ਹੋਵੇ, ਪੈਸਿਆਂ ਦੀ ਘਾਟ ਵਗੈਰਾ ਹੋ ਜਾਂਦੀ ਹੈ, ਇਹਨਾਂ ਨੇ ਐਸ਼ਪ੍ਰਸਤੀ ਵਾਲਾ ਜੀਵਨ ਜੀਵਨਾ ਹੁੰਦਾ, ਤੇ ਉਹਦੇ ਤਹਿਤ ਹੀ ਵੀ ਹਾਂ ਇੱਧਰ ਰਾਜਨੀਤੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਆਇਆ ਜਾਵੇ। ਤੇ ਨਾ ਤਾਂ ਚੋਣਾਂ ਜਿੱਤ ਸਕਦੇ ਨੇ, ਬਿਲਕੁਲ, ਇਲੈਕਸ਼ਨ ਤਾਂ ਲੜ ਹੀ ਨਹੀਂ ਸਕਦੇ, ਕਿੱਥੋਂ ਲੜਨਗੇ, ਕੋਈ ਪਤਾ ਨਹੀਂ ਕਿ ਜਿੱਤਣਾ ਕਿ ਹਾਰਨਾ। ਉਹ ਸਿੱਧੇ ਡਾਇਰੈਕਟ ਐਂਟਰੀ ਚਾਹੁੰਦੇ ਹੁੰਦੇ ਨੇ, ਡਾਇਰੈਕਟ ਐਂਟਰੀ ਹੋ
ਜੇ ਸਾਰੀ ਉਮਰ ਦੀਆਂ ਰੋਟੀਆਂ, ਤੇ ਉਹ ਚੀਜ਼ ਭਾਲਣ ਦੇ ਲਈ ਕਿਸੇ ਦੀ ਚਾਪਲੂਸੀ ਵੀ ਕਰਨੀ ਪੈਂਦੀ ਹੈ, ਕਰ ਲੈਂਦੇ ਨੇ। ਸੋ ਇਹ ਲੋਕ ਤਾਂ ਚਲੋ ਠੀਕ ਹੈ, ਫਿਰ ਵੀ ਆਮ ਲੋਕ ਬਥੇਰੇ ਲੋਕ ਦੇਖੇ ਨੇ ਜਿਹੜੇ ਬੰਦੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਰਹੇ ਹੈ ਕਿਸਾਨਾਂ ਨੂੰ ਭੰਡਣ ਦੇ ਲਈ। ਹੁਣ ਉਹ ਕਹਿੰਦੇ ਨੇ, ਹੁਣ ਦੇਖਿਆ ਜਾਵੇ ਉਹ ਕਿਸਾਨ ਸ਼ਬਦ ਵਰਤਣ ਲੱਗੇ, ਪਹਿਲਾਂ ਕਾਮਰੇਡ, ਫਲਾਣਾ ਢਿੰਗੜਾ ਇਦਾਂ ਦੇ ਸ਼ਬਦ ਵਰਤਦੇ ਸੀਗੇ ਨਾ, ਤੇ ਹੁਣ ਉਹ ਕਿਸਾਨ ਸ਼ਬਦ ਵਰਤਣ ਲੱਗ ਗਏ ਆ। ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਕਦੇ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਸੀ, ਕਦੇ ਤੁਸੀਂ ਕਹਿੰਦੇ ਸੀ ਪਿੱਛੇ ਹਟਣ, ਇਹ ਕਦੇ ਕਹਿੰਦੇ ਸੀ ਅਖੌਤੀ ਲੀਡਰ ਨੇ, ਇਹ ਕਦੇ ਕਹਿੰਦੇ ਸੀ ਇਹ ਵਿਕੇ ਹੋਏ ਨੇ, ਕਦੇ ਕਹਿੰਦੇ ਸੀ ਅੱਜ ਐਂ ਹੋ ਗਿਆ। ਜੋ ਹੈ ਸੀ ਸੋ ਹੈ ਸੀ, ਹੋਣੇ ਵੀ। ਪਰ ਆਪਾਂ ਵੀ ਬਹੁਤ ਵਾਰ ਗੱਲ ਕੀਤੀ ਕਿ ਭਾਈ ਉਹਨਾਂ ਦਾ ਟਾਰਗੇਟ ਤਾਂ ਦੇਖੋ ਕੀ ਹੈ, ਉਹਨਾਂ ਦਾ ਏਮ ਤਾਂ ਦੇਖ ਲਓ ਜਿਹਦੇ ਲਈ ਲੜ ਰਹੇ ਨੇ। ਲੱਖ ਪੂਰਾ ਹੋਣਾ ਤੁਹਾਡੇ ਲਈ ਹੋਣਾ ਭਾਈ, ਜਿਨ੍ਹਾਂ ਦੀ ਲੜ ਰਹੇ ਹੁਣ ਉਹਨਾਂ ਲਈ ਤਾਂ ਰੱਬ ਬਣ ਕੇ ਖੜੇ ਨੇ ਉਹ। ਨਾਲੇ ਪਰਮਿੰਦਰ ਜੀ, ਆਪਾਂ ਤਾਂ ਆਪਣੇ ਚੈਨਲ ਜਿਹੜੀ ਇੱਕ ਗੱਲ ਕਹਿੰਦੇ ਸੀ ਕਿ ਜੇਕਰ ਤੁਹਾਨੂੰ ਲੱਗਦਾ ਕਿ ਫਲਾਣਾ ਆਗੂ 'ਚ ਆਹ ਕਮੀ ਹੈ ਤਾਂ ਕਿਸਾਨੀ ਅੰਦੋਲਨ ਸਮਾਪਤ ਹੋ ਲੈਣਾ, ਤੇ ਆਗੂਆਂ ਦੇ ਪੰਜਾਬ 'ਚ ਰਹਿਣਾ ਨਾ, ਅੰਦੋਲਨ ਤੋਂ ਬਾਅਦ ਤੁਸੀਂ ਆਪਣਾ ਉਹਨਾਂ ਨਾਲ ਜੋ ਹੋਊਗਾ ਤੁਸੀਂ ਆਪਣਾ ਕੱਟਾ ਕੱਟੀ ਕੱਢ ਲਿਓ ਨਾ। ਹੋਰ ਵੀ ਬਥੇਰੀਆਂ ਮੰਗਾਂ ਨੇ, ਹੋਰ ਵੀ ਵਾਧੂ ਮੰਗਾਂ ਨੇ ਗੁਰਜਿੰਦਰ ਜੀ। ਹੁਣ ਮੈਂ ਕਹਿੰਦਾ ਕਿਸਾਨ ਆਗੂਆਂ ਨੂੰ ਇਹ ਕਰ ਲੈਣਾ ਚਾਹੀਦਾ ਕਿ ਭਾਈ ਉੱਥੇ ਜਿਹੜਾ ਸਮਾਨ ਲੱਗਿਆ ਰਹਿਣ ਦਿਓ, ਠੀਕ ਹੈ। ਹੁਣ ਉਹਨਾਂ ਨੂੰ ਸੱਦਾ ਦੇ ਦੇਣਾ ਇਹ ਭਾਈ ਅਸੀਂ ਤਾਂ ਇਸ ਕੰਮ ਵਾਸਤੇ ਆਏ ਸੀ, ਰੱਦ ਕਰਾ ਕੇ ਅਸੀਂ ਚੱਲੇ, ਆਹ ਸਮਾਨ ਪਿਆ, ਟੈਂਟ ਵੀ ਲੱਗੇ ਹੋਏ ਨੇ, ਸਪੀਕਰ ਵੀ ਲੱਗੇ, ਸਟੇਜ ਵੀ ਲੱਗੀ ਹੋਈ ਆ, ਬਾਕੀ ਮੰਗਾਂ ਲਈ ਤੁਸੀਂ ਆ ਜਾਓ। ਜਿਹੜਾ ਅਸੀਂ ਕੁਝ ਕਰ ਨਹੀਂ ਸਕੇ ਤੁਸੀਂ ਕਰ ਲਓ, ਜਿਹੜਾ ਤੁਸੀਂ ਹਥਿਆਰਬੰਦ ਸੰਘਰਸ਼ ਕਰਨਾ ਸੀ ਜਾਂ ਭੱਜ ਦੌੜ ਕਰਨੀ ਸੀ, ਬਿਲਕੁਲ ਹੋਰ ਬੜੇ ਮੁੱਦੇ ਤੁਸੀਂ ਆ ਜਾਓ, ਤੁਹਾਨੂੰ ਆਹ ਥਾਂ ਦੇ ਚੱਲੇ, ਅਸੀਂ ਚੱਲੇ, ਹੁਣ ਅਸੀਂ ਆਪਣੇ ਘਰੇ ਬੈਠਾਂਗੇ, ਤੁਸੀਂ ਆ ਕੇ ਜਿਹੜੇ ਬਾਕੀ ਮੰਗਾਂ ਨੇ ਉਹ ਮਨਵਾ ਲਓ। ਹਾਂ, ਨਾਲੇ ਸਭ ਬਣਿਆ ਬਣਾਇਆ ਉੱਥੇ ਤੰਬੂ ਲੱਗੇ ਹੋਏ ਨੇ। ਹਾਂ ਬਿਲਕੁਲ, ਇਕੱਠ ਕਰ ਲਓ, ਆਪਦਾ ਜੋ ਪ੍ਰਚਾਰ ਕਰਨਾ ਕਰ ਲਓ, ਅਸੀਂ ਨਹੀਂ ਬੋਲਦੇ। ਜਿਹੜੀਆਂ ਬਾਕੀ ਮੰਗਾਂ ਨੇ ਤੁਸੀਂ ਮਨਵਾ ਕੇ ਘਰੇ ਆ ਜਾਓ। ਨਾਲੇ ਦੇਖ ਲਓ ਕਿੰਨਾ ਕੁ ਸਮਾਂ ਚੱਲਦਾ। ਫਿਰ ਉਹ ਗੱਲ ਮਤਲਬ ਬਦਨਾਮ ਕਰਨ ਦੇ ਲਈ ਅਖੌਤੀ ਜਿਹੜੇ ਲੀਡਰ ਇੱਧਰ ਦੂਜੇ ਪਾਸੇ ਸਿਆਸੀ ਲੀਡਰ ਸੀਗੇ, ਇਹਨਾਂ ਨੇ ਅੱਗੇ ਕਰੇ ਹੋਏ ਸੀਗੇ ਬੰਦੇ, ਸਾਰੇ ਕਿਤੇ ਸਿਆਸੀ ਬੰਦੇ ਹੀ ਬੋਲਦੇ ਸੀਗੇ। ਆਮ ਲੋਕਾਂ ਨੇ ਤਾਂ ਅਵਾਰਡ ਵਾਪਸ ਕਰਤੇ, ਆਮ ਲੋਕਾਂ ਨੇ ਤਾਂ ਕੰਮ ਛੱਡ ਕੇ ਉੱਥੇ ਬੈਠੇ। ਬਿਲਕੁਲ, ਸਾਹਿਤਕ ਬੰਦੇ ਸੀ, ਕਵੀ ਬੰਦੇ ਸੀ, ਉਹਨਾਂ ਨੇ ਲਿਖੇ ਹੈ, ਲੋਕਾਂ ਨੂੰ ਜਾਗਰੂਕ ਕੀਤਾ, ਘਰ ਘਰ ਜਾ ਕੇ ਸੁਨੇਹੇ ਦਿੱਤੇ ਹੈ। ਉਹ ਸੁਹਿਰਦ ਬੰਦੇ ਸੀਗੇ, ਉਹਨਾਂ ਨੂੰ ਪਤਾ ਸੀ ਕਿ ਸਾਡੇ ਬਿਨਾਂ ਸੰਘਰਸ਼ ਨਹੀਂ ਚੱਲਣਾ, ਇਕੱਲੇ ਆਗੂ ਕੀ ਕਰਨਗੇ। ਨਹੀਂ ਬਿਲਕੁਲ ਪਰਮਿੰਦਰ ਤੁਸੀਂ ਨੌਕਰੀਆਂ ਕਹਿ ਰਹੇ ਹੋ। ਇੱਕ ਜਦੋਂ ਅੰਦੋਲਨ ਸੀ ਉੱਥੇ ਮੈਨੂੰ ਇੱਕ ਕੁੜੀ ਮਿਲੀ ਮੋਹਾਲੀ ਤੋਂ ਸੀ ਆਪਣੇ, ਉਹਦਾ IPS ਕਲੀਅਰ ਸੀ। ਉਹ ਕਹਿੰਦੀ ਕਿ ਹੁਣ ਮੈਂ ਆਪਣੀ ਜੁਆਇਨਿੰਗ ਤੋਂ ਪਹਿਲਾਂ 2 ਮਹੀਨੇ ਮੈਂ ਅੰਦੋਲਨ ਚਲਾ ਕੇ ਜਾਣੇ ਨੇ। ਅੰਦੋਲਨ ਲਾ ਕੇ ਜਾਣੇ ਨੇ। ਡਾਕਟਰਾਂ ਨੇ ਆਪਣਾ ਪੇਸ਼ਾ ਉੱਥੇ ਫ੍ਰੀ ਸੇਵਾ ਦੇ ਕੇ ਨਿਭਾਇਆ। ਇੱਕ US ਤੋਂ ਆਏ ਹੋਏ ਨੇ ਜਿਨ੍ਹਾਂ ਦੀ ਆਪਾਂ ਵੀਡੀਓਜ਼ ਦੇਖਦੇ ਹਾਂ, ਜਿਹੜਾ ਕੋਈ ਕਿਸੇ ਤਰ੍ਹਾਂ ਦੀ ਮਦਦ ਕਰ ਸਕਦਾ ਸੀ ਉਹਨੇ ਕੀਤੀ। ਬਿਲਕੁਲ, ਵਕੀਲਾਂ ਨੇ ਆਪਦਾ ਰੋਲ ਨਿਭਾਇਆ। ਠੀਕ ਹੈ, ਲੋਕ ਜਾਣੀ ਕਿ ਉਹ ਲੋਕਾਂ ਦਾ ਸੰਘਰਸ਼ ਸੀ ਇਹ। ਬਿਲਕੁਲ, ਇਹ ਅਗਵਾਈ ਤਾਂ ਦੇਖੋ ਕੋਈ ਨਾ ਕੋਈ ਕਰਦਾ ਹੀ ਆ, ਤੇ ਇਹਨਾਂ ਨੂੰ ਵੀ ਪਤਾ ਸੀ ਵੀ ਇਹ ਲੋਕ ਭੋਲੇ ਨਹੀਂ ਹੈਗੇ। ਜਿਹੜੇ ਅਗਵਾਈ ਕਰਨ ਵਾਲੇ ਸੀ ਉਹਨਾਂ ਨੂੰ ਪਤਾ ਸੀ ਸਾਨੂੰ ਬਹੁਤ ਸੁਚੱਜੀ ਐਨ ਪੜ੍ਹੇ ਲਿਖੇ ਵਾਲੀ ਸਟੱਡੀ ਕਰਕੇ ਐਕਸਪੈਰੀਮੈਂਟ ਕਰਕੇ ਜਿਹੜੀ ਜ਼ਿੰਦਗੀ ਜੀ ਹੈ ਅਸੀਂ ਉਹਦਾ ਇੱਥੇ ਤੱਤ ਨਿਕਲੂਗਾ। ਹੁਣ ਬਿਲਕੁਲ, ਨਾਲੇ ਪਰਵਿੰਦਰ ਜੀ ਬੋਲੂਗਾ। ਬਿਲਕੁਲ, ਸਰਕਾਰ ਨੂੰ ਕਿਤੇ ਹਰਾਉਣਾ ਸੌਖੀ ਗੱਲ ਥੋੜੀ ਹੈ। ਸਰਕਾਰ ਕੋਲ ਕਿੱਡੇ ਕਿੱਡੇ ਆਪਣੇ ਥਿੰਕ ਟੈਂਕ ਹੁੰਦੇ ਆ, ਪਰ ਇਹਨਾਂ ਹੀ ਕਿਸਾਨ ਆਗੂਆਂ ਨੇ ਸਰਕਾਰ ਟੇਬਲ ਟਾਕ ਤੇ ਹਰਾਤੀ, ਜਿਸ ਕਰਕੇ ਸਰਕਾਰ ਨੂੰ ਮਜਬੂਰ ਹੋਣਾ ਪਿਆ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਲਈ। ਅਗਲਾ ਹੀ ਗੱਲਬਾਤ ਦਾ ਦੌਰ ਵੀ ਕਿਸ ਮੂੰਹ ਨਾਲ ਸ਼ੁਰੂ ਕਰਦੇ। ਹਾਲਾਂਕਿ ਹੁਣ ਤਾਂ ਕਿਸਾਨਾਂ ਨੇ ਸੱਦਾ ਦਿੱਤਾ ਹੋਇਆ ਸੀ ਵੀ ਆਜੋ, ਤਿਆਰ ਆ। ਬਿਲਕੁਲ, ਸਰਕਾਰ ਗੱਲਬਾਤ ਲਈ ਅੱਗੇ ਆ ਹੀ ਨਹੀਂ ਸਕੀ। ਬਿਲਕੁਲ, ਜਿਹੜੇ ਆਉਂਦੇ ਸੀ ਪਹਿਲਾਂ ਉਹ ਦੱਸਦੇ ਹੋਣਗੇ ਨਾ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਕਿਹੜੇ ਮੂੰਹ ਨਾਲ ਜਾਈਏ। ਉਹ ਗੱਲ ਕਰਦੇ ਨੇ ਜਵਾਬ ਦਿਓ, ਕੀ ਕਰੀਏ, ਜਵਾਬ ਦਿਓ। ਸਾਡੇ ਕੋਲ ਜਵਾਬ ਤਾਂ ਹੈ ਨਹੀਂ, ਤੁਸੀਂ ਸਾਨੂੰ ਅੱਗੇ ਕਰੀ ਜਾਂਦੇ ਹੋ। ਸੋ ਇਸ ਕਰਕੇ ਵੀ ਦਬਾਅ ਬਣਿਆ। ਉਹਨਾਂ ਕੋਲ ਜਵਾਬ ਵੀ ਨਹੀਂ ਸੀ, ਇਸ ਕਰਕੇ ਅਗਲੇ ਦੌਰ ਦੀ ਗੱਲਬਾਤ ਵੀ ਨਹੀਂ ਸ਼ੁਰੂ ਹੋ ਸਕੀ। ਪਰ ਹੁਣ ਚਲੋ ਸਮਾਂ ਹਲੇ ਵੀ ਇਹ ਕਹਿੰਦਾ ਕਿ ਇੰਤਜ਼ਾਰ ਕਰਨਾ ਪੈਣਾ। ਬਿਲਕੁਲ, ਉਹ ਇੰਤਜ਼ਾਰ ਸਰਦ ਰੁੱਤ ਦੇ ਇਜਲਾਸ ਤੱਕ ਦਾ ਹੈ। ਉੱਥੇ ਐਲਾਨ ਹੁੰਦਾ ਕਿੱਦਾਂ ਦਾ ਹੁੰਦਾ ਇਹ ਦੇਖਣਾ ਪੈਣਾ। ਬਿਲਕੁਲ, ਤੇ ਖਾਸ ਮਸਲਾ ਲਖੀਮਪੁਰ ਵਾਲਾ ਉਹ ਮਸਲਾ ਸਭ ਤੋਂ ਅਹਿਮ ਹੈ। ਉਸ ਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਕਿਸਾਨ। BJP ਉਸ ਨੂੰ ਕਿਵੇਂ ਨਜਿੱਠੂਗੀ ਮਸਲੇ ਨੂੰ? ਬਿਲਕੁਲ ਜੀ ਪਰਮਿੰਦਰ ਜੀ, ਸ਼ੁਕਰੀਆ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਸੀਂ ਜ਼ਰੂਰ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲ ਆਪਣਾ ਸਾਡਾ ਪ੍ਰੋਗਰਾਮ ਸ਼ੇਅਰ ਕਰੋ, ਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਰੂਪ ਵਿੱਚ ਭੇਜੋ, ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।